ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜੁਨ ਵਿਘਨਨ ਕੇ ਨਾਸਕ, ਵਿਘਨਨ ਕੇ। ਸ਼੍ਰੀ ਹਰਿਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਜੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬੋਰੀ, ਗੁਰ ਤੇਗ ਬਹਾਦਰ ਪਰਮ ਕਿਰਪਾਲਾ, ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋ ਤਰਾ ਪਰ ਪੁੰਨ ਪੁੰਨ ਸੀਸਾ, ਜੀ ਪੁੰਨ ਪੁੰਨ ਸੀਸਾ। ਬੰਦਾ ਵਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਧਦ, ਬੰਦੋ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸਦੂ ਸਿੱਖ ਸੁਭਾਰ ਜਾਇ, ਪ੍ਰੇਮ ਕਰੇ ਮਨ ਮਾਹੇ। ਸ੍ਰੀ ਅਰਜਨ ਸਭ ਜਾਣ ਕਰ, ਪਹੁੰਚੇ ਤਿਸ ਘਰ ਮਾਹੇ। ਸਦੂ ਸਿੱਖ ਸੁਭਾਰ ਜਾਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ, ਚੌਰ ਛਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰੂ ਪਾਤਸ਼ਾਹ ਜੀ ਨੇ ਤਰਸ ਕਰਕੇ, ਮਿਹਰਮਤ ਕਰਕੇ ਸਾਨੂੰ ਸਭਨਾਂ ਨੂੰ ਆਪਣੇ ਚਰਨਾਂ 'ਚ ਬੈਠਣ ਦੀਆਂ ਅਮੋਲਕ ਸ਼ਾਮ ਦੇ ਦੀਵਾਨ ਦੀਆਂ ਇਹ ਘੜੀਆਂ ਬਖਸ਼ੀਆਂ ਨੇ। ਆਪ ਜੀ ਨੇ ਗੁਰੂ ਕੇ ਸਵਾਰਿਆਂ ਪਾਸੋਂ ਰੱਬੀ ਬਾਣੀ ਦੇ ਅੰਮ੍ਰਿਤ ਰੂਪ ਕੀਰਤਨ ਨੂੰ ਸਰਵਣ ਕੀਤਾ ਹੈ। ਗੁਰੂ ਕੇ ਪਿਆਰੇ ਸ਼ਬਦ ਪੜ੍ਹਦੇ ਸੀ, ਨਿਤ ਜਪੀਐ ਸਾਸ ਗਿਰਾਸ ਨਾਉ ਪਰਵਰਤਗਾਰ ਦਾ। ਜਿਸਨੂੰ ਕਰੇ ਰਹਮ ਤਿਸ ਨਾ ਵਿਸਾਰਦਾ। ਮੈਂ ਬੇਨਤੀ ਕਰਾਂ, ਗੁਰੂ ਕੇ ਸਿੱਖਾ ਇਹਦੇ ਅਰਥ ਬੜੇ ਗਹਿਰੇ ਆ। ਜਿਸ ਦਿਨ ਸਤਿਗੁਰੂ ਨਾਨਕ ਦੀ ਕਿਰਪਾ ਹੋਵੇ ਨਾ,
ਤੇ ਮੈਂ ਬੇਨਤੀ ਕਰਾਂ, ਕਿਰਪਾ ਦੀ ਨਿਸ਼ਾਨੀ ਜੇ ਤੂੰ ਚਾਹੁੰਦਾ ਆ, ਅਸੀਂ ਕਈ ਵਾਰੀ ਕਹਿੰਦੇ ਹਾਂ ਗੁਰਦੁਆਰੇ ਆ ਕੇ ਬੇਨਤੀ ਕਰਦੇ ਹਾਂ, ਮਹਾਰਾਜ ਕਿਰਪਾ ਕਰੋ, ਸੱਚੇ ਪਾਤਸ਼ਾਹ ਜੀ ਤਰਸ ਕਰੋ, ਮਹਾਰਾਜ ਜੀ ਬਖਸ਼ਿਸ਼ ਕਰੋ। ਮੈਂ ਬੇਨਤੀ ਕਰਾਂ, ਜਿਸ ਦਿਨ ਅੰਮ੍ਰਿਤ ਵੇਲੇ ਉੱਠ ਕੇ ਮਨ ਦੇ ਵਿੱਚ ਚਾਹ ਜਾਗੇ ਮੈਂ ਪਰਮੇਸ਼ਰ ਦੇ ਨਾਮ ਨੂੰ ਆਪਣੀ ਰਸਨਾ ਤੇ ਬਿਠਾਵਾਂ, ਉਸ ਦਿਨ ਕਿਰਪਾ ਵਰਤ ਰਹੀ ਹੈ। ਮੈਂ ਇੱਕ ਵਾਰੀ ਫੇਰ ਬੇਨਤੀ ਕਰਾਂ, ਥੋੜੀ ਬਰੀਕੀ ਨਾਲ ਗੱਲ ਸਮਝਣਾ। ਮੌਲਾਨਾ ਰੂਮ ਜੀ ਕਹਿੰਦੇ ਨੇ ਆਪਣੀ ਪੁਸਤਕ ਮਥਨਵੀ ਵਿੱਚ, ਕਹਿੰਦੇ ਜਦੋਂ ਤੂੰ ਬੈਠ ਕੇ ਆਪਣੀ ਜ਼ੁਬਾਨ ਨਾਲ ਅੱਲਾਹੂ ਅੱਲਾਹੂ ਪੁਕਾਰਦਾ ਹੈ ਨਾ, ਜਦੋਂ ਤੂੰ ਬੈਠ ਕੇ ਆਪਣੀ ਜ਼ੁਬਾਨ ਨਾਲ ਵਾਹਿਗੁਰੂ ਵਾਹਿਗੁਰੂ ਜਪਦਾ ਆ, ਜਦੋਂ ਤੂੰ ਬੈਠ ਕੇ ਆਪਣੀ ਜ਼ੁਬਾਨ ਦੇ ਨਾਲ ਰਾਮ, ਖੁਦਾ, ਅੱਲਾ, ਗੁਸਾਈ, ਜਿਹੜਾ ਮਰਜ਼ੀ ਨਾਮ ਲੈ ਲਓ, ਜੇ ਜਦੋਂ ਬੈਠ ਕੇ ਤੂੰ ਵਾਹਿਗੁਰੂ ਨੂੰ ਪੁਕਾਰਦਾ ਆ, ਹੇ ਪ੍ਰਮਾਤਮਾ ਮੈਨੂੰ ਆਪਣੇ ਨੇੜੇ ਲਾ, ਹੇ ਪ੍ਰਮਾਤਮਾ ਮੈਨੂੰ ਦਰਸ਼ਨ ਬਖਸ਼, ਹੇ ਪ੍ਰਮਾਤਮਾ ਮੈਨੂੰ ਦਰਸ਼ਨ ਦੇ, ਜਿਸ ਦਿਨ ਤੇਰੀ ਜ਼ੁਬਾਨ ਉੱਤੇ ਰੱਬ ਦਾ ਨਾਮ ਬੈਠ ਜਾਏ ਨਾ, ਤੂੰ ਇਹ ਨਾ ਸਮਝ ਕਿ ਮੈਂ ਰੱਬ ਨੂੰ ਆਵਾਜ਼ਾਂ ਪਿਆ ਮਾਰਦਾ ਆ। ਸੱਚੀ ਗੱਲ ਹੈ, ਤੇਰੀ ਇੱਕ ਇੱਕ ਨਾਮ ਦੀ ਧੁਨੀ ਵਿੱਚੋਂ, ਤੇਰੇ ਜਪੇ ਹੋਏ ਗੁਰਮੰਤਰ ਵਿੱਚੋਂ ਰੱਬ ਤੈਨੂੰ ਪਿਆ ਪੁਕਾਰਦਾ ਹੈ। ਮੌਲਾਨਾ ਰੂਮ ਕਹਿੰਦੇ ਨੇ ਜਦੋਂ ਵਾਹਿਗੁਰੂ ਦਾ ਨਾਮ ਜ਼ੁਬਾਨ ਤੇ ਆਵੇ, ਤੇ ਮੈਂ ਬੇਨਤੀ ਕਰਾਂ ਗੁਰਬਾਣੀ ਤੋਂ ਬਾਹਰ ਹੋ ਕੇ ਨਹੀਂ, ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਆਪ ਗਾਵਾਏ ਦੇ ਕੀ ਅਰਥ ਨੇ? ਆਪ ਗਾਵਾਏ ਦੇ ਅਰਥ ਨੇ, ਸਿੱਖਾ ਤੂੰ ਇੱਕ ਵਾਰੀ ਪੁਕਾਰਨ ਲੱਗ, ਸੱਚੀ ਗੱਲ ਹੈ ਰੱਬ ਤੈਨੂੰ ਪੁਕਾਰਾ ਮਾਰੇਗਾ। when you are sitting there saying ਵਾਹਿਗੁਰੂ, you are not calling out to God, ਜਦੋਂ ਤੇਰੀ ਜ਼ੁਬਾਨ ਉੱਤੇ ਰੱਬ ਦਾ ਨਾਮ ਆ ਜਾਏ ਨਾ, ਤੂੰ ਇਹ ਨਾ ਸਮਝ ਇਹ ਚਾਰ ਅੱਖਰ ਬੜੇ ਸਧਾਰਨ ਜੇ, ਜਿਸ ਸ਼ਕਤੀ ਨੇ ਸਾਰੀ ਦੁਨੀਆ ਬਣਾਈ ਆ, ਜਿਸ ਸ਼ਕਤੀ ਨੇ ਤੇਰਾ ਸਰੀਰ ਬਣਾਇਆ, ਜਿਸ ਸ਼ਕਤੀ ਕਰਕੇ ਤੂੰ ਸਾਰੇ ਸੰਸਾਰ ਨੂੰ ਵੇਂਦਾ ਪਿਆ ਹੈ, ਸੱਚੀ ਗੱਲ ਹੈ ਉਸ ਅਦੁੱਤੀ ਸ਼ਕਤੀ ਦਾ ਨਾਂ ਤੇਰੀ ਜ਼ੁਬਾਨ ਤੇ ਉਸ ਵੇਲੇ ਬੈਠਾ ਹੁੰਦਾ ਹੈ। ਨਾਮ ਜਪਦਿਆਂ ਕਦੇ ਇਹ ਸੋਚਿਆ ਮੇਰੀ ਜ਼ੁਬਾਨ ਦੇ ਵਿੱਚ ਅੰਮ੍ਰਿਤ ਗੁਰੂ ਨਾਨਕ ਸਾਹਿਬ ਭੇਜ ਰਿਹਾ, ਮੇਰੀ ਜ਼ੁਬਾਨ ਉੱਤੇ ਰੱਬ ਬੈਠ ਰਿਹਾ ਹੈ। When you sit there, next time you're saying Vaheguru, Vaheguru, you are not calling out to God. Maulana Room says in his book, The Matnavi, he says God is calling out to you. मैं बेनती करा, जिसनो करे रहम तिस ना विसारदा। ਇਹਦੇ ਅਰਥ ਕੀ ਨੇ? ਜਿਹਦੇ ਉੱਤੇ ਪਰਮੇਸ਼ਰ ਦੀ ਰਹਿਮਤ ਹੋਵੇ ਨਾ, ਰੱਬ ਉਹਨੂੰ ਨਹੀਂ ਭੁਲਾਉਂਦਾ। ਜਦੋਂ ਵਾਹਿਗੁਰੂ ਜ਼ੁਬਾਨ ਤੇ ਆਵੇ, ਮੈਂ ਫਿਰ ਬੇਨਤੀ ਕਰਾਂ, ਇਹ ਨਾ ਸਮਝਣਾ ਕਿ ਮੈਂ ਰੱਬ ਨੂੰ ਸੱਦੇ ਪਿਆ ਮਾਰਦਾ ਆ, ਇਹ ਸਮਝੋ ਕਿ ਰੱਬ ਮੈਨੂੰ ਸੱਦੇ ਪਿਆ ਮਾਰਦਾ। ਇੱਕ ਇੱਕ ਵਾਹਿਗੁਰੂ ਵਾਹਿਗੁਰੂ ਦੇ ਨਾਲ ਰੱਬ ਤੈਨੂੰ ਸੱਦਦਾ ਪਿਆ ਆ। ਰੱਬ ਕਹਿੰਦਾ ਆ, ਉਹ ਬੰਦਿਆ ਜਨਮਾਂ ਜਨਮਾਂ ਦਾ ਵਿਛੜਿਆ ਆ ਮੇਰੀ ਗੋਦੀ ਵਿੱਚ ਆ ਕੇ ਮੇਰੇ ਨਾਲ ਸਮਾ ਜਾ। Every time you are saying ਵਾਹਿਗੁਰੂ, you are not calling to God. God is calling you, saying you have been lost from many lifetimes. Come close. ਪਿਆਰਿਓ, ਅੱਜ ਉਹ ਪ੍ਰਸੰਗ ਆਪਾਂ ਕੁਝ ਦਿਨਾਂ ਤੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪ੍ਰਸੰਗ ਪੜ੍ਹਦੇ ਆ ਰਹੇ ਹਾਂ। ਮੈਂ ਬੇਨਤੀ ਕਰਾਂ, ਧੰਨ ਗੁਰੂ ਅਰਜਨ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਰਵਾਨਾ ਹੁੰਦੇ ਨੇ, ਮਾਤਾ ਗੰਗਾ ਜੀ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ਦੇ ਨੇ। ਰਸਤੇ ਦੇ ਵਿੱਚ ਪਿਆਰਿਓ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਉਂਦੇ ਨੇ। ਸੰਗਤਾਂ ਦੇ ਨੇਤਰਾਂ ਵਿੱਚ ਨੀਰ ਬਹਿ ਰਿਹਾ ਆ, ਬਰਾਗ ਦਾ ਜਲ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਸੰਗਤ ਕਹਿ ਰਹੀ ਹੈ, ਗੁਰੂ ਅਰਜਨ ਸਾਹਿਬ ਤੁਹਾਡੇ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ, ਗੁਰੂ ਕੀ ਸਾਧ ਸੰਗਤ, ਜੋਤ ਉਹੀ ਹੈ, ਬਸ ਕਾਇਆ ਪਲਟ ਗਈ ਹੈ। ਜੋਤ ओहा जुगत साए सह काया फेर पलटी है। धन गुरु अर्जन देव जी गुरु हरगोबिंद साहब वाल हथ करके, बाबा बुढ़ा साहब जी वाल हथ करके, भाई गुरदास जी वाल अपना पवित्र हथ करके कहते ने, सिखो जेड़ा इन्हां दी ताबिया विच रहेगा, सच्ची गल ओनू दीन दुनिया दा सुख मिलेगा। धन गुरु अर्जन देव जी महाराज लाहौर पहुंचते ने, ते मैं बेनती करा, भाई सद्धू ये सोचता होवेगा ना कि मैं गुरु अर्जन देव जी महाराज नू याद करदा पिया है, पर सच्ची गल है, ये गल गुरु अर्जन देव जी महाराज भाई सद्धू नू याद करते पे। गोबिंद भाओ भगत दा भुखा। गुरबाणी दे अंदर किते नहीं लिखिया कि रब कंगाल है, गुरबाणी दे अंदर किते नहीं लिखिया कि रब मंगता है,
ਪਰ ਇੱਕ ਥਾਂ ਦੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ 10 ਗੁਰੂਆਂ ਦੀ ਬਾਣੀ ਕਹਿੰਦੀ ਹੈ ਰੱਬ ਨੂੰ ਵੀ ਭੁੱਖ ਲੱਗਦੀ ਹੈ। ਸਿੱਖਾ, ਰੱਬ ਨੂੰ ਭੁੱਖ ਲੱਗਦੀ ਹੈ ਤੇਰੇ ਅੰਦਰ ਦੇ ਪ੍ਰੇਮ ਦੀ। ਭਾਈ ਸੱਧੂ ਪੁਕਾਰਦਾ ਪਿਆ ਏ, ਭਾਈ ਸੱਧੂ ਯਾਦ ਕਰਦਾ ਪਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ। ਪਿਆਰਿਓ, ਸੱਚੀ ਗੱਲ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਕੋਲ ਚੱਲ ਕੇ ਜਾਂਦੇ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਚੱਲ ਕੇ ਜਾਂਦੇ ਆ। ਭਾਈ ਸੱਧੂ ਦੇ ਘਰ ਵਿੱਚ ਕੋਈ ਸੁੰਦਰ ਬਹਿਣ ਵਾਸਤੇ ਜਗ੍ਹਾ ਨਹੀਂ। ਭਾਈ ਸੱਧੂ ਦੇ ਕੋਲ 2 ਵੇਲੇ ਦੀ ਰੋਟੀ ਵੀ ਮਸੀ ਮਸ਼ੱਕਤ ਕਰਕੇ ਤਿਆਰ ਹੁੰਦੀ ਹੈ। ਭਾਈ ਸੱਧੂ ਜਿਹੜਾ ਆ ਆਮ ਸੁਧਾਰਨ ਇੱਕ ਜਿਹਨੂੰ ਦੁਨੀਆਦਾਰ ਗਰੀਬ ਕਹਿਣਗੇ, ਪਰ ਸੱਚੀ ਗੱਲ ਹੈ ਰੱਬ ਦੇ ਘਰ ਦੇ ਵਿੱਚ ਉਹਦੇ ਵਰਗਾ ਕੋਈ ਸ਼ਹਿਨਸ਼ਾਹ ਨਹੀਂ ਜਿਹਦੇ ਕੋਲ ਗੁਰੂ ਨਾਨਕ ਦਾ ਪਿਆਰ ਹੈ। ਉਹ ਬੰਦਿਆ, ਅੱਜ ਤੱਕ ਤੇਰੇ ਕੋਲ ਦਮੜੇ ਬੜੇ ਇਕੱਠੇ ਹੋ ਗਿਆ, ਡਾਲਰ ਬੜੇ ਇਕੱਠੇ ਹੋ ਗਿਆ, ਪਰ ਸੱਚੀ ਗੱਲ ਹੈ ਖਾਲੀ ਹੱਥ ਜਾਏਗਾ ਜੇ ਗੁਰੂ ਨਾਨਕ ਦੀ ਗੋਦੀ ਨਹੀਂ ਮਿਲੀ। ਗੱਦੀਆਂ ਜਿਹੜੀਆਂ ਉਹ ਨਾਲ ਨਹੀਂ ਜਾਣਗੀਆਂ, ਪਰ ਗੁਰੂ ਨਾਨਕ ਦੀ ਗੋਦੀ ਇਹੋ ਜਿਹੀ ਪਿਆਰ ਭਰੀ ਗੋਦ ਹੈ ਜਿਸ ਗੋਦੀ ਵਿੱਚੋਂ ਜਮਦੂਤ ਵੀ ਤੈਨੂੰ ਕੁਝ ਨਹੀਂ ਕਹਿ ਸਕਦੇ। ਭਾਈ ਸੱਧੂ ਪਿਆਰ ਦੇ ਵਿੱਚ ਆਣ ਕੇ ਸ਼ਬਦ ਪੜ੍ਹੀ ਜਾ ਰਿਹਾ, ਹੇ ਮਹਾਰਾਜ ਮੇਰੇ ਘਰ ਆਓ, ਹੇ ਪਾਤਸ਼ਾਹ ਮੇਰੇ ਘਰ ਆਓ। ਧੰਨ ਗੁਰੂ ਅਰਜਨ ਦੇਵ ਜੀ ਚੱਲ ਕੇ ਜਾਂਦੇ ਆ। ਮੈਂ ਬੇਨਤੀ ਕਰਾਂ, ਕਬੀਰ ਕੋ ਠਾकुर ਅਨੰਦ ਬਿਨੋਦੀ ਜਾਤ ਨਾ ਕਾਹੂ ਕੀ ਮਾਨੀ। ਅਸੀਂ ਪੜ੍ਹਦੇ ਆ ਨਾ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹੇ ਭਾਵੈ। ਕ੍ਰਿਸ਼ਨ ਮਹਾਰਾਜ ਦੁਰਯੋਧਨ ਨੂੰ ਛੱਡ ਕੇ ਬਿਦਰ ਦੇ ਘਰ ਜਾ ਕੇ ਤੇ ਅਲੂਣਾ ਸਾਗ ਛਕਦੇ ਨੇ। ਕਬੀਰ ਜੀ ਕਹਿੰਦੇ ਨੇ ਉਹ ਜਾਤਾਂ ਨਹੀਂ ਵੇਖਦਾ, ਅੰਦਰ ਦਾ ਪ੍ਰੇਮ ਦੇਖਦਾ ਆ। ਮੈਂ ਬੇਨਤੀ ਕਰਾਂ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਜਾਤ ਕੁਲੀਨ ਸੇਵਕ ਜੇ ਹੋਏ ਤਾ ਕਾ ਕਹਿਣਾ ਕਹੋ ਨਾ ਕੋਏ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਜੇ ਕਿਸੇ ਦੇ ਘਰ ਵਿੱਚ ਪੈਸਾ ਆ, ਜੇ ਕਿਸੇ ਦੇ ਘਰ ਵਿੱਚ ਦੌਲਤ ਆ, ਜੇ ਕਿਸੇ ਦੇ ਘਰ ਵਿੱਚ ਦੁਨਿਆਵੀ ਸਾਰੀਆਂ ਬਰਕਤਾਂ ਨੇ ਤੇ ਉਹ ਰੱਬ ਨੂੰ ਨਹੀਂ ਵਿਸਾਰਦਾ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਉਹਦੀ ਉਪਮਾ ਗਾਈ ਨਹੀਂ ਜਾ ਸਕਦੀ। ਉਹਦੀ ਮਹਿਮਾ ਜ਼ੁਬਾਨ ਦੇ ਵਿੱਚ ਵਰਣਨ ਨਹੀਂ ਕਰ ਸਕਦੇ। If someone has all of the pleasures of the world and they don't forget God, you cannot describe how great they are. ਜਾਤ ਕੁਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ ਕੋ ਨਾ ਕੋਏ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਜਿਹਦੇ ਸਿਰ ਉੱਤੇ ਛੱਤ ਨਾ ਹੋਵੇ, ਜਿਹਦੇ ਕੋਲ 2 ਵੇਲੇ ਦੀ ਰੋਟੀ ਨਾ ਹੋਵੇ, ਜਿਹਦੀ ਜੇਬ ਸੁੰਜੀ ਹੋਵੇ, ਕੁਝ ਪੈਸਾ ਨਾ ਹੋਵੇ ਕੋਲ, ਜਿਹਨੂੰ ਦੁਨੀਆ ਦੇ ਲੋਕ ਨੀਵੀਂ ਜ਼ਾਤ ਦਾ ਕਹਿੰਦੇ ਆ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਜੇ ਉਹਦੇ ਦਿਲ ਵਿੱਚ ਰੱਬ ਦਾ ਪਿਆਰ ਹੈ ਨਾ, ਗੁਰੂ ਨਾਨਕ ਸਾਹਿਬ ਜਾਹਰ ਪੀਰ ਜਗਤ ਗੁਰ ਬਾਬਾ ਜੀ ਕਹਿੰਦੇ ਮੇਰੇ ਚਮੜੇ ਦੇ ਜੋੜੇ ਬਣਾ ਕੇ ਉਸ ਭਗਤ ਦੇ ਚਰਨਾਂ 'ਚ ਪਾ ਦਿਓ। ਇਹ ਗੁਰੂ ਨਾਨਕ ਸਾਹਿਬ ਦਾ ਪਿਆਰ ਹੈ। ਜਾਤ ਕੁਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ ਕਹੋ ਨਾ ਕੋਏ। ਵਿੱਚ ਸਨਾਤੀ ਸੇਵਕ ਹੋਏ, ਸਨਾਤੀ ਦੇ ਅਰਥ ਨੇ ਜਿਹਨੂੰ ਦੁਨੀਆ ਦੇ ਲੋਕ ਨੀਵੇਂ ਸਮਝਦੇ ਆ। ਵਿੱਚ ਸਨਾਤੀ ਸੇਵਕ ਹੋਏ ਨਾਨਕ ਪਨੀਆਂ ਪਹਿਰੇ ਸੋਏ। ਪਨੀਆਂ ਦੇ ਅਰਥ ਨੇ ਜੋੜੇ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੇਰੇ ਚਮੜੇ ਦੇ ਜੋੜੇ ਬਣਾ ਲਓ ਉਸ ਭਗਤ ਲਈ ਜਿਹਦੇ ਕੋਲ ਖਾਣ ਵਾਸਤੇ ਦਾਣੇ ਨਹੀਂ, ਪਹਿਨਣ ਵਾਸਤੇ ਕੱਪੜੇ ਨਹੀਂ, ਰਹਿਣ ਵਾਸਤੇ ਛੱਤ ਨਹੀਂ, ਪਰ ਰੱਬ ਨੂੰ ਨਹੀਂ ਬੁਲਾਉਂਦਾ। ਗੁਰੂ ਨਾਨਕ ਸਾਹਿਬ says in their ਬਾਣੀ, if you have all the pleasures of the world and you don't forget God, I cannot describe how great you are. But if you do not have enough food to eat, if you do not have a roof above your head, and even then you do not forget God, Guru Nanak Sahib Ji Maharaj says, make shoes out of my skin and put them in the feet of that Bhagat. आओ प्यारियो, ऐसे प्यार भावना की मूर्त भाई सद्धू जी के ग्रह ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਭਾਗ ਲਾ ਰਹੇ ਨੇ। ਭਾਈ ਸੱਧੂ ਜੀ ਦੀ ਖੁਸ਼ੀ ਦੀ ਹੱਦ ਕੋਈ ਨਹੀਂ ਰਹੀ। ਦਰਵਾਜ਼ਾ ਖੜਕਿਆ, ਉਹਨਾਂ ਦੇ ਦਰਵਾਜ਼ੇ ਤੇ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ 5 ਸਿੱਖਾਂ ਸਮੇਤ ਪਹੁੰਚੇ ਨੇ। ਇਸ ਤਰ੍ਹਾਂ ਲੱਗ ਰਿਹਾ ਜਿਵੇਂ ਭਾਈ ਸਾਹਿਬ ਜੀ ਕਹਿ ਰਹੇ ਨੇ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ हैं। ਕਹਿੰਦੇ ਆ ਗਏ ਨੇ ਮੇਰੇ ਮਿੱਤਰ, ਆ ਗਿਆ ਹੈ ਮੇਰਾ ਮੀਤ, ਆ ਗਿਆ ਹੈ ਮੇਰੇ ਪ੍ਰਾਣਾਂ ਦੇ ਆਧਾਰ, ਆ ਗਏ ਨੇ ਜਿਨ੍ਹਾਂ ਨੂੰ ਮੈਂ ਪੁਕਾਰਦਾ ਪਿਆ ਸੀ। आओ प्यारियो, भाई सद्धू जी खुशी का कोई हद नहीं रहा। दोवें हाथ जोड़ के नैना विचों नीर चलता पिया। गुरु अर्जन देव जी महाराज जिवें भाई सद्धू के ग्रह नूं भाग लाउंदे ने ना, आओ प्यारियो प्यार सत्कार दे नाल अपनी सुरत नूं लै चलो लाहौर की धरती ते। जिस लाहौर की धरती विच हुण कुछ दिनों तक गुरु अर्जन देव जी ने तत्ती तवियां ते चौंकड़े मारने आ।
ਉਸ ਲਾਹੌਰ ਦੀ ਧਰਤੀ ਤੇ ਆਪਣੇ ਸਿੱਖ ਦੀ ਭਾਵਨਾ ਪਹਿਲਾਂ ਪੂਰੀ ਕਰਦੇ ਆ। ਸ਼ਹਾਦਤ ਦੇਣ ਵੇਲੇ ਵੀ ਆਪਣੇ ਸਿੱਖ ਦੀ ਭਾਵਨਾ ਬਾਰੇ ਸੋਚਦੇ ਆ। ਐਸਾ ਗੁਰੂ, ਐਸਾ ਪਿਆਰ। ਸੱਚੀ ਗੱਲ ਹੈ ਪਿਆਰਿਓ, the Guru is going there to give his sacrifice, but even then Guru Arjan Dev Ji is thinking about the love of their Sikh। ਉਹ ਸਿੱਖਾ ਤੇਰੇ ਪਿਆਰ ਦੇ ਵਿੱਚ ਘਾਟ ਹੋ ਸਕਦੀ ਹੈ, ਪਰ ਪੂਰੇ ਗੁਰੂ ਦੇ ਪਿਆਰ ਵਿੱਚ ਰੱਤੀ ਭਰ ਵੀ ਘਾਟ ਨਹੀਂ ਹੋ ਸਕਦੀ। ਜਿਹੜਾ ਗੁਰੂ ਤੈਨੂੰ ਪੁੱਤਰਾਂ ਨਾਲੋਂ ਵੱਧ ਕੇ ਪਿਆਰ ਕਰਦਾ, ਜਿਹੜਾ ਗੁਰੂ ਤੈਨੂੰ ਆਪਣਿਆਂ ਨਾਲੋਂ ਵੱਧ ਕੇ ਪਿਆਰ ਕਰਦਾ। ਆਓ ਪਿਆਰਿਓ, ਭਾਈ ਸੱਧੂ ਜੀ ਦੇ ਗ੍ਰਹਿ ਨੂੰ ਜਿਵੇਂ ਪਾਤਸ਼ਾਹ ਜੀ ਭਾਗ ਲਾਉਂਦੇ ਨੇ, ਕਵੀ ਸੰਤੋਖ ਸਿੰਘ ਜੀ ਦੀ ਮਹਾਨ ਰਚਨਾ ਸ੍ਰੀ ਗੁਰਪ੍ਰਤਾਪ ਵਿੱਚੋਂ ਆਪਾਂ ਪ੍ਰਸੰਗ ਪਿਆਰ ਸਤਿਕਾਰ ਭਾਵਨਾ ਨਾਲ ਨਿਮਰਤਾ ਨਾਲ ਸਰਵਣ ਕਰਨਾ ਕਰੀਏ ਜੀ। ਸੱਧੂ ਸਿੱਖ ਸੁਭਾਰ ਜਾ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੂੰ ਜਦੋਂ ਵੇਖਿਆ ਨਾ, ਤੇ ਉਸ ਵੇਲੇ ਭਾਈ ਸੱਧੂ ਜੀ ਆਪਣੇ ਪਤਨੀ ਦੇ ਸਮੇਤ ਪ੍ਰੇਮ ਕਰੇ ਮਨ ਮਾਹੇ, ਬੜੇ ਪ੍ਰੇਮ ਦੇ ਨਾਲ ਭਾਈ ਸੱਧੂ ਜੀ ਜਿਹੜੇ ਆ ਬੜੇ ਪ੍ਰੇਮ ਭਾਵਨਾ ਦੇ ਵਿੱਚ ਵਹਿ ਤੁਰੇ। ਭਾਈ ਸੱਧੂ ਜੀ rivers of love are flowing from his heart as he sees ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ come to his door। ਪਿਆਰਿਓ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕ ਪੈਂਡਾ ਕੀ ਹੈ, ਇੱਕ ਕਦਮ ਕੀ ਹੈ, ਪਹਿਲਾ ਕਦਮ ਇਹੀ ਹੈ, ਸਿੱਖਾ ਤੂੰ ਆਪਣੇ ਦਿਲ ਦੇ ਦਰਵਾਜ਼ੇ ਖੋਲ ਲੈ ਗੁਰੂ ਨਾਨਕ ਵਾਸਤੇ। ਮੈਨੂੰ ਬਾਬਾ ਅਤਰ ਸਿੰਘ ਜੀ ਦੇ ਬਚਨ ਯਾਦ ਆਏ ਜੀ, ਖਿਮਾ ਕਰਨਾ। ਬਾਬਾ ਅਤਰ ਸਿੰਘ ਜੀ ਨੂੰ ਮੈਂ ਕਈ ਵਾਰੀ ਸੁਣਾ ਚੁੱਕਾ, ਜਿਨ੍ਹਾਂ ਨੇ ਸੁਣੇ ਮੈਨੂੰ ਮਾਫ ਕਰ ਦੇਣਾ, ਕਥਾ 'ਚ ਮੈਂ ਕਈ ਵਾਰੀ ਕਹਿੰਦਾ, ਪਰ ਇਹ ਬਚਨ ਦਿਲ ਨੂੰ ਵਹਿੰਦੇ ਆ। ਭਾਈ ਹਰੀ ਸਿੰਘ, ਭਾਈ ਹੀਰਾ ਸਿੰਘ ਰਾਗੀ ਹੋਇਆ ਪੰਥ ਦੇ ਮਹਾਨ ਪ੍ਰਚਾਰਕ। ਬਾਬਾ ਅਤਰ ਸਿੰਘ ਮਸਤਵਾਨ ਵਾਲੇ ਭਜਨਗਰ ਗੁਰਦੁਆਰਾ ਸਾਹਿਬ ਬੈਠੇ ਆ, ਜਿੱਥੇ ਬਾਬਾ ਜੀ ਨੇ 1.25 ਲੱਖ ਜਪਜੀ ਸਾਹਿਬ ਦਾ ਪਾਠ ਕੀਤਾ। ਬਾਬਾ ਜੀ ਉਸ ਸਥਾਨ ਤੋਂ ਸ਼ਿਕਾਰ ਘਾਟ ਗਏ। ਮੈਂ ਬੇਨਤੀ ਕਰਾਂ, ਬਾਬਾ ਜੀ ਨੇ ਜਦੋਂ ਪਹਿਲੀ ਵਾਰੀ ਸ਼ਿਕਾਰ ਘਾਟ ਮੱਥਾ ਟੇਕਿਆ, ਜਪਜੀ ਸਾਹਿਬ ਦੇ ਪਾਠ ਆਰੰਭ ਕਰ ਲਏ। 25,000 ਜਪਜੀ ਸਾਹਿਬ ਦਾ ਪਾਠ ਬਾਬਾ ਜੀ ਨੇ ਸ਼ਿਕਾਰ ਘਾਟ ਗੁਰਦੁਆਰੇ ਕੀਤਾ। ਸ਼ਿਕਾਰ ਘਾਟ ਦੀ ਧਰਤੀ ਤੇ ਭਾਈ ਹੀਰਾ ਸਿੰਘ ਰਾਗੀ ਚੱਲ ਕੇ ਆਉਂਦੇ ਆ। ਭਾਈ ਹੀਰਾ ਸਿੰਘ ਕਹਿੰਦਾ ਮਹਾਰਾਜ ਜੀ, ਬਾਬਾ ਅਤਰ ਸਿੰਘ ਕਹਿੰਦੇ 10 ਹੀਰਿਆ। ਭਾਈ ਹੀਰਾ ਸਿੰਘ ਕਹਿੰਦੇ ਅੱਜ ਵੀ 10ਵੇਂ ਪਾਤਸ਼ਾਹ ਦੇ ਦਰਸ਼ਨ ਹੋ ਸਕਦੇ। ਉਸ ਵੇਲੇ ਬਾਬਾ ਅਤਰ ਸਿੰਘ ਜੀ ਦਾ ਚਿਹਰਾ ਲਾਲ ਹੋ ਗਿਆ, ਨੈਣਾ ਦੇ ਵਿੱਚ ਪ੍ਰੇਮ ਦਾ ਜਲ ਛਲਕ ਉੱਠਿਆ। ਬਾਬਾ ਅਤਰ ਸਿੰਘ ਜੀ ਕਹਿੰਦੇ ਹੀਰਿਆ, ਅੱਜ ਵੀ ਦਰਸ਼ਨ ਹੋ ਸਕਦੇ ਆ। ਕਲਗੀਆਂ ਵਾਲਾ ਗੁਸਾਈ ਆਪਣੀਆਂ ਬਾਹਾਂ ਉਲਾਰ ਕੇ ਖੜਾ ਆ। ਕਿਹੜਾ ਦਿਨ ਆਵੇ ਸੁਭਾਗਾ, ਜਿਸ ਦਿਨ ਮੇਰਾ ਸਿੱਖ ਆਪਣੇ ਦਿਲ ਦੇ ਦਰਵਾਜ਼ੇ ਖੋਲੇ ਤੇ ਮੈਂ ਇਹਦੀ ਦਿਲ ਦੀ ਸੇਜ ਤੇ ਆ ਕੇ ਤੇ ਬਿਰਾਜਾਂ। ਬਸ ਗੱਲ ਇਹ ਹੈ ਸਿੱਖਾ, ਤੂੰ ਕਦੇ ਦਿਲ ਦੇ ਦਰਵਾਜ਼ੇ ਨਹੀਂ ਖੋਲੇ। ਭਾਈ ਸੱਧੂ ਨੇ ਦਿਲ ਦੇ ਦਰਵਾਜ਼ੇ ਖੋਲੇ। ਫਿਰ ਗੁਰੂ ਨੂੰ ਚਿੱਠੀਆਂ ਪਾਉਣ ਦੀ ਲੋੜ ਨਹੀਂ ਪਈ, ਫਿਰ ਗੁਰੂ ਨੂੰ ਬਾਹਰੋਂ ਸੱਜੜੇ ਪਾਉਣ ਦੀ ਲੋੜ ਨਹੀਂ ਪਈ। ਜਿਸ ਦਿਨ ਦਿਲ ਦੇ ਦਰਵਾਜ਼ੇ ਖੁੱਲੇ, ਉਸ ਦਿਨ ਧੰਨ ਗੁਰੂ ਅਰਜਨ ਦੇਵ ਜੀ ਆਪ ਚੱਲ ਕੇ ਆਏ। You haven't learned how to open the doors of your heart. Baba Atar Singh is asked by Bhai Hira Singh, can I experience Guru Gobind Singh now? Baba Atar Singh's eyes filled with tears. He said, Hira Singh, the day you open up the doors of your heart, that is the day Guru Gobind Singh will enter into your soul. That is the day Guru Gobind Singh will enter into your heart. ਪਿਆਰਿਓ, ਦਿਲ ਦੇ ਦਰਵਾਜ਼ੇ ਭਾਈ ਸੱਧੂ ਨੇ ਖੋਲੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਲਾਹੌਰ ਵੱਲ ਨੂੰ ਆ ਗਏ ਹਨ। ਸ੍ਰੀ ਅਰਜਨ ਸਭ ਜਾਣ ਕਰ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਘਟਾਂ ਘਟਾਂ ਦੀ ਜਾਣਨ ਵਾਲੇ ਨੇ। ਇਹਦੀਆਂ ਪੁਕਾਰਾਂ ਦੇ ਵਿੱਚ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ ਵਸਦੇ ਸਨ। ਪਹੁੰਚੇ ਤਿਸ ਘਰ ਮਾਹੇ। ਸਤਿਗੁਰੂ ਅਰਜਨ ਦੇਵ ਜੀ ਆਪ ਇਹਦੇ ਘਰ ਚੱਲ ਕੇ ਗਏ ਨੇ। ਧੰਨ ਗੁਰੂ ਅਰਜਨ ਦੇਵ ਜੀ has traveled to the house of ਭਾਈ ਸੱਧੂ ਜੀ। ਚੌਪਈ ਫੇਰ ਆਨੰਦ ਰੂਪ ਗੁਰ ਕੇਰਾ। ਸਤਿਗੁਰੂ ਪਾਤਸ਼ਾਹ ਜੀ ਦਾ ਸੁੰਦਰ ਸਰੂਪ ਦੇਖ ਕੇ ਤੇ ਭਾਈ ਸੱਧੂ ਜੀ ਦੇ ਅੰਦਰ ਆਨੰਦ ਦੀ ਲਹਿਰ ਜਿਹੜੀ ਆ ਉਹ ਦੌੜ ਉੱਠੀ ਹੈ। ਬੰਦਨ ਕਰੀ ਚਰਨ ਤਿਸ ਬੇਰਾ। ਭੱਜ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਬੰਦਨਾ ਕੀਤੀ ਹੈ ਭਾਈ ਸੱਧੂ ਜੀ ਤੇ ਉਹਨਾਂ ਦੇ ਘਰੋਂ ਬੀਬੀ ਜੀ ਨੇ। ਘਟ ਘਟ ਕੇ ਨਿਤ ਅੰਤਰ ਜਾਮੀ। ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਘਟਾਂ ਘਟਾਂ ਦੀ ਜਾਣਨ ਵਾਲੇ ਹੋ। ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ। ਪੀਰ ਪਛਾਨਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮੇਰੇ ਦਿਲ ਦੀ ਬੁੱਝ ਲਈ ਹੈ ਤੁਸਾਂ ਨੇ। ਦਾਸ ਕਾਮਨਾ ਪੁਰਵਹੁ ਸੁਆਮੀ। ਸਤਿਗੁਰੂ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜ ਕੇ ਭਾਈ ਸੱਧੂ ਕਹਿ ਰਿਹਾ, ਮਹਾਰਾਜ ਆਪਣੇ ਗੁਲਾਮ ਦੀ ਆਪਣੇ ਸੇਵਕ ਦੀ ਇੱਛਾ ਆਪ ਜੀ ਨੇ ਪੂਰੀਆਂ ਕੀਤੀ ਹੈ। You have blessed me, you have fulfilled my desire। ਸੱਚੇ ਪਾਤਸ਼ਾਹ ਮੇਰੇ ਗ੍ਰਹਿ ਨੂੰ ਭਾਗ ਲਾ ਕੇ ਸੱਚੀ ਗੱਲ ਹੈ ਧੰਨ ਧੰਨ
ਗੁਰੂ ਅਰਜਨ ਦੇਵ ਜੀ ਮਹਾਰਾਜ ਮੇਰੇ ਦਿਲ ਦੀਆਂ ਮੁਰਾਦਾਂ ਪੂਰੀਆਂ ਕੀਤੀਆਂ ਹਨ। ਧੰਨੀ ਸਿੱਖ ਧਰਮਸ਼ਾਲਾ ਛੋਰ, ਬੜੇ ਵੱਡੇ ਸਿੱਖ ਜਿਨ੍ਹਾਂ ਕੋਲ ਪੈਸਾ ਸੀ ਤੇ ਲਾਹੌਰ ਸ਼ਹਿਰ ਦੀ ਧਰਮਸ਼ਾਲਾ ਵਿੱਚ ਵੀ ਆਪ ਜੀ ਨਹੀਂ ਗਏ। ਕੀ ਲੱਖ ਆਏ ਮੁਰ ਔਰ, ਮੇਰੇ ਹਿਰਦੇ ਦਾ ਪ੍ਰੇਮ ਜਾਣ ਕੇ ਆਪ ਜੀ ਮੇਰੇ ਕੋਲ ਚੱਲ ਕੇ ਆਏ ਹੋ। ਦੀਨ ਬੰਦ ਯਾਹੀ ਤੇ ਕਹੈ, ਇਸੇ ਕਰਕੇ ਆਪ ਜੀ ਨੂੰ ਦੀਨਾਂ ਦੇ ਬੰਧੂ, ਦੀਨਾਂ ਦੇ ਮਿੱਤਰ, ਗਰੀਬਾਂ ਦੇ ਮਿੱਤਰ, ਗਰੀਬਾਂ ਦੇ ਨਿਵਾਜਣ ਵਾਲੇ ਇਸੇ ਕਰਕੇ ਕਹਿੰਦੇ ਨੇ, ਜਿਨ੍ਹਾਂ ਦੀ ਕੋਈ ਬਾਹ ਨਹੀਂ ਫੜਦਾ, ਜਿਸ ਕਾ ਨਾਏ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ, ਜਿਸ ਕੋ ਕੋਏ ਨ ਰਾਖੇ ਪ੍ਰਾਣੀ ਤਿਸ ਤੂੰ ਦੇ ਅਸਰਾਓ। ਜਿਹਦੀ ਕੋਈ ਬਾਹ ਨਹੀਂ ਫੜਦਾ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ, ਤੁਸੀਂ ਦੀਨਾਂ ਦੇ ਗਰੀਬਾਂ ਨੂੰ ਨਿਵਾਜਣ ਵਾਲੇ ਹੋ। ਪ੍ਰੇਮ ਬਸੀ ਤੁਮ ਕੋ ਸਭ ਲਹੈ, ਸੱਚੇ ਪਾਤਸ਼ਾਹ ਮੈਨੂੰ ਪਤਾ ਲੱਗ ਗਿਆ ਆ, ਤੁਹਾਡੀ ਹੁਕਮ ਦੇ ਵਿੱਚ ਸਾਰਾ ਸੰਸਾਰ ਚੱਲਦਾ ਆ। ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਹੁਕਮ ਦੇ ਵਿੱਚ ਸਭ ਕੁਝ ਹੈ, ਪਰ ਸੱਚੀ ਗੱਲ ਹੈ ਮੈਨੂੰ ਪਤਾ ਲੱਗ ਗਿਆ ਕਿ ਜਦੋਂ ਤੁਹਾਡੇ ਆਲੇ ਦੁਆਲੇ ਪ੍ਰੇਮ ਦੀ ਗਲਵਕੜੀ ਕੋਈ ਪਾ ਲੈਂਦਾ ਤੇ ਤੁਸੀਂ ਉਦੋਂ ਛੁੱਟ ਨਹੀਂ ਸਕਦੇ। ਜੋ ਹਮ ਬਾਂਧੇ ਮੋਹ ਫਾਸ, ਰਵਿਦਾਸ ਜੀ ਦੇ ਬਚਨੇ ਨਾ, ਹਮ ਪ੍ਰੇਮ ਬੰਧਨ ਤੁਮ ਬਾਂਧੇ। ਹੇ ਗੁਰੂ ਅਰਜਨ, ਮੈਨੂੰ ਪਤਾ ਲੱਗ ਗਿਆ ਪ੍ਰੇਮ ਦੀ ਗਲਵਕੜੀ ਨਾਲ ਤੂੰ ਵਸ ਆ ਜਾਂਦਾ ਹੈ। ਤੂੰ ਭਗਤਾਂ ਕਹਿ ਵਸ, ਭਗਤਾਂ ਤਾਣ ਤੇਰਾ। You know how to get control of God and the Guru? The one who controls the whole earth, you can control him how? With love. When you fall in love with God, then God follows you around. Today you are running after God, the day you have love with God. ਸੱਚੀ ਗੱਲ ਹੈ, ਪਿਆਰ ਤੇ ਅੰਮ੍ਰਿਤਸਰ ਤੋਂ ਗੁਰੂ ਨੂੰ ਲਾਹੌਰ ਵੀ ਲੈ ਪਹੁੰਚਦਾ ਹੈ। ਭਾਈ ਸੱਧੂ ਜੀ ਕਹਿ ਰਹੇ ਨੇ, ਪਤਾ ਲੱਗ ਗਿਆ ਹੈ ਆਪ ਜੀ ਪ੍ਰੇਮ ਦੇ ਵਸੀਕਾਰ ਹੋ ਸੱਚੇ ਪਾਤਸ਼ਾਹ। ਹਾਥ ਜੋੜ ਬਹੁ ਉਸਤਤ ਕਰਕੇ, ਹੱਥ ਜੋੜ ਕੇ ਗੁਰੂ ਅਰਜਨ ਦੇਵ ਜੀ ਦੀ ਉਸਤਤ ਗਾ ਰਹੇ ਨੇ ਭਾਈ ਸੱਧੂ ਜੀ। ਤੇਰੇ ਉਤਾਰੇ ਔਰ ਮਦ ਭਰ ਕੇ, ਗੁਰੂ ਕੇ ਪਿਆਰੋ ਬੜੀ ਖੁਸ਼ੀ ਦੇ ਨਾਲ ਸੱਚੇ ਪਾਤਸ਼ਾਹ ਜੀ ਪਾਲਕੀ ਵਿੱਚ ਸੁਭਾਇਮਾਨ ਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਬੇਨਤੀ ਕੀਤੀ, ਪਾਲਕੀ ਵਿੱਚੋਂ ਆਪ ਜੀ ਘਰ ਨੂੰ ਭਾਗ ਲਾਓ। ਲੈ ਕਰ ਗਇਓ ਸਦਨ ਕੇ ਅੰਦਰ, ਆਪਣੇ ਘਰ ਦੇ ਅੰਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਬੇਨਤੀ ਕਰਕੇ ਲੈ ਆਏ ਨੇ। ਭਾਈ ਸੱਧੂ brings ਗੁਰੂ ਅਰਜਨ ਦੇਵ ਜੀ into his house। ਹਾਂਜੀ, ਨੌਤਨ ਪਲੰਗ ਡਸਾਇਓ ਸੁੰਦਰ, ਉਸ ਵੇਲੇ ਇੱਕ ਨਵਾਂ ਪਲੰਗ ਸੀ। ਭਾਈ ਸੱਧੂ ਨੇ ਆਖਿਆ ਸੀ ਆਪਣੀ ਘਰਵਾਲੀ ਨੂੰ, ਇਸ ਪਲੰਗ ਉੱਤੇ ਕਿਸੇ ਨੇ ਨਹੀਂ ਬੈਠਣਾ, ਮੇਰੇ ਧੰਨ ਗੁਰੂ ਅਰਜਨ ਦੇਵ ਜੀ ਆਉਣਗੇ ਔਰ ਇਸ ਪਲੰਗ ਉੱਤੇ ਬਿਰਾਜਮਾਨ ਹੋਣਗੇ। ਭਾਈ ਸੱਧੂ had got a new ਮੰਜਾ made and he had said only the Guru will come and sit on this ਮੰਜਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਉਸ ਨਵੇਂ ਬਣਾਏ ਹੋਏ ਪਲੰਗ ਉੱਤੇ ਬਿਰਾਜਮਾਨ ਕਰਾਉਂਦੇ ਹਨ। ਆਸ ਤਰਨ ਤੇ ਉੱਪਰ ਛਾਏ, ਉਹਦੇ ਉੱਤੇ ਇੱਕ ਸੁੰਦਰ ਚਾਦਰ ਵਿਛਾਈ ਹੈ ਗੁਰੂ ਸਾਹਿਬ ਜੀ ਦੇ ਬੈਠਣ ਵਾਸਤੇ। ਕਰ ਬੇਨਤੀ ਸਤਿਗੁਰ ਬਿਠਾਏ, ਸਤਿਗੁਰੂ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਵਾਜ ਕਿਰਪਾ ਕਰੋ, ਇਹ ਪਲੰਗ ਆਪ ਜੀ ਵਾਸਤੇ ਤਿਆਰ ਕੀਤਾ ਹੈ, ਆਪ ਜੀ ਬਿਰਾਜਣਾ ਕਰੋ। ਭਾਈ ਸੱਧੂ ਜੀ says, ਮਹਾਰਾਜ I got this made specially for you, ਆਪ ਜੀ ਬਿਰਾਜਮਾਨ ਹੋਵੋ। ਜਥਾ ਸ਼ਕਤ ਕਰ ਅਪਰ ਫਰਸ਼ ਕੋ, ਤੇ ਬਾਕੀ ਸਾਰੀ ਸੰਗਤ ਵਾਸਤੇ ਸੁੰਦਰ ਗਲੀਚੇ ਵਿਛਾ ਦਿੱਤੇ ਹਨ। ਸਿੱਖ ਬਿਠਾਏ ਧਾਰ ਹਰਸ਼ ਕੋ, ਸਾਰੇ ਸਿੱਖਾਂ ਨੂੰ ਬੜੇ ਪ੍ਰੇਮ ਦੇ ਨਾਲ ਬਿਠਾਇਆ, ਨਾਲੇ ਗਾਈ ਜਾਂਦਾ ਆ, ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਹਉ ਬਲਿਹਾਰੀ ਤਿੰਨ ਕੋ ਜੋ ਗੁਰਮੁਖ ਸਿੱਖਾ, ਜੋ ਹਰ ਨਾਮ ਧਿਆਨ ਦੇ ਤਿਨ ਦਰਸ਼ਨ ਪਿੱਖਾ। ਇਹ ਗਾਈ ਜਾਂਦਾ ਹੈ ਸ਼ਬਦ ਤੇ ਸਿੱਖਾਂ ਨੂੰ ਬਿਠਾਈ ਜਾਂਦਾ ਹੈ ਪ੍ਰੇਮ ਵਿੱਚ ਆ ਕੇ। ਔਰ ਸਰਬ ਸੇਵਾ ਕਰਨੀ ਕੇ, ਤੇ ਬੜੀ ਪਿਆਰ ਦੇ ਨਾਲ ਸਾਰਿਆਂ ਨੂੰ ਸੇਵਾ ਪਾਣੀ ਪੁੱਛਦਾ ਹੈ, ਸਾਰਿਆਂ ਦੀ ਸੇਵਾ ਕਰਦਾ ਹੈ ਭਾਈ ਸੱਧੂ। ਆਓ ਆਪਣੇ ਅੰਦਰ ਸੁਰਤੀ ਦੇ ਨਾਲ ਦਰਸ਼ਨ ਕਰੀਏ ਇਹੋ ਜਿਹੇ ਮਹਾਨ ਗੁਰਸਿੱਖ ਦੇ। With your eyes imagine Guru Arjan Dev Ji sitting in that little house. It is a poor man's house by worldly standards. Dhan Guru Arjan Dev Ji sitting upon the palang. The Sikhs are sitting on the floor on a chadar. ਭਾਈ ਸੱਧੂ ਸਾਰਿਆਂ ਦੀ ਸੇਵਾ ਕਰਦੇ ਹਨ। ਚਰਨ ਪਖਾਰਤ ਭਾ ਸਭ ਹੀ ਕੇ, ਸਾਰਿਆਂ ਦੇ ਚਰਨਾਂ ਨੂੰ ਜਲ ਨਾਲ ਧੋਤਾ ਹੈ ਗੁਰੂ ਕੇ ਪਿਆਰਿਓ। ਹਮ ਤਿਨਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਪੀਜੈ। ਅੱਜ ਅਸੀਂ ਪੜ੍ਹਦੇ ਜ਼ਰੂਰ ਹਾਂ ਪਰ ਮੰਨਣ ਵਾਸਤੇ ਤਿਆਰ ਨਹੀਂ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਏ। ਭਾਈ ਸੱਧੂ ਨੇ ਸਾਰੇ ਸਿੱਖਾਂ ਦੇ ਚਰਨ ਧੋਤੇ
ਚਰਨ ਧੋ ਕੇ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਿਆ ਹੈ। ਪਿਆਰਿਓ, ਮੈਂ ਬੇਨਤੀ ਕਰਾਂ, ਇਹ ਕੋਈ ਜ਼ਿਆਦੀ ਸ਼ਰਧਾ ਜਾਂ ਇਮੋਸ਼ਨ ਦੀ ਗੱਲ ਨਹੀਂ। ਇੱਕ ਉਹ ਸਮਾਂ ਹੁੰਦਾ ਸੀ ਜਦੋਂ ਇੱਕ ਸਿੱਖ ਨੂੰ ਦੂਸਰੇ ਸਿੱਖ ਵਿੱਚੋਂ ਗੁਰੂ ਦੇ ਦਰਸ਼ਨ ਹੁੰਦੇ ਸੀ। ਅੱਜ ਇਹ ਸਮਾਂ ਆ ਗਿਆ ਜਦੋਂ ਇੱਕ ਸਿੱਖ ਦੂਜੇ ਨੂੰ ਫਤਿਹ ਬੁਲਾ ਕੇ ਰਾਜੀ। ਇੱਕ ਉਹ ਸਮਾਂ ਹੁੰਦਾ ਸੀ ਜਦੋਂ ਸਿੱਖ ਦੇ ਨੇਤਰਾਂ 'ਚ ਪਾ ਕੇ ਉਸ ਵੇਲੇ ਗੁਰੂ ਦਾ ਨੂਰ ਦਿਸਦਾ ਸੀ ਸਿੱਖ ਨੂੰ। There was a time when Sikhs would look each other, they would see the Guru shining in the other person. Now we don't even say Fateh to each other properly. Pyareo, Bhai Sadhu washes the feet of all of the Sikhs. ਸਾਰੇ ਸਿੱਖਾਂ ਦੇ ਚਰਨ ਧੋਤੇ ਨੇ ਭਾਈ ਸੱਧੂ ਜੀ ਨੇ। ਸ੍ਰੀ ਸਤਿਗੁਰ ਕੇ ਚਰਨ ਪਖਾਰੇ। ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਫਿਰ ਆਪਣੇ ਹੱਥਾਂ ਵਿੱਚ ਲੈ ਕੇ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਕਮਲਾਂ ਨੂੰ ਸੁੰਦਰ ਜਲ ਦੇ ਨਾਲ ਇਸ਼ਨਾਨ ਕਰਾ ਰਹੇ ਨੇ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਦੇ ਨੇ ਭਾਈ ਸੱਧੂ ਜੀ। ਚਰਨਾ ਅੰਮ੍ਰਿਤ ਕੁਟੰਬ ਮੁਖ ਡਾਰੇ। ਫਿਰ ਗੁਰੂ ਕੇ ਪਿਆਰਿਓ, ਚਰਨਾ ਅੰਮ੍ਰਿਤ ਜਿਹੜਾ ਆ, ਚਰਨਾਂ ਦਾ ਅੰਮ੍ਰਿਤ ਤਿਆਰ ਕਰਾ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦਾ ਇਸ਼ਨਾਨ ਕਰਕੇ ਉਹ ਜਲ ਸਾਰੇ ਉਹ ਪਰਿਵਾਰ ਨੂੰ ਛਕਾਇਆ। ਜਿੰਨਾ ਆਪਣਾ ਪਰਿਵਾਰ ਸੀ ਸਾਰੇ ਪਰਿਵਾਰ ਨੂੰ ਚਰਨਾ ਅੰਮ੍ਰਿਤ ਛਕਾ ਕੇ ਤਿਆਰ ਬਰ ਤਿਆਰ ਕੀਤਾ ਹੈ। ਸਰਬ ਸਦਨ ਮਹਿ ਛਿੜਕਣ ਕੀਨਸ। ਸਾਰੇ ਘਰ ਦੇ ਅੰਦਰ ਗੁਰੂ ਸਾਹਿਬ ਜੀ ਦਾ ਚਰਨਾਮ੍ਰਿਤ ਛਿੜਕਦਾ ਜਾ ਰਿਹਾ ਆ, ਨਾਲੇ ਗਾਈ ਜਾ ਰਿਹਾ ਆ, ਗੁਰ ਕੇ ਚਰਨ ਕਹਿੰਦੇ ਨੇ ਜੀ ਕਾ ਨਿਸਤਾਰਾ। ਉਹ ਵਾਰ-ਵਾਰ ਕਹਿ ਰਿਹਾ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਗੁਰ ਕੇ ਚਰਨ ਜੀ ਕਾ ਨਿਸਤਾਰਾ। ਸਾਰੇ ਘਰ ਦੇ ਵਿੱਚ ਚਰਨਾਮ੍ਰਿਤ ਦੇ ਛਿੱਟੇ ਦੇ ਰਹੇ ਨੇ ਭਾਈ ਸੱਧੂ ਜੀ। ਭਾਈ ਸੱਧੂ ਜੀ washes the feet of ਧੰਨ ਗੁਰੂ ਅਰਜਨ ਦੇਵ ਜੀ, gives the water to his family to drink. That is the way they used to get amrit ready, charnamrit, before khande da amrit. Then he takes that water and he sprinkles it throughout his whole house. ਸਾਰੇ ਘਰ ਦੇ ਅੰਦਰ ਚਰਨਾਮ੍ਰਿਤ ਦਾ ਛਿੱਟਾ ਦਿੱਤਾ ਹੈ ਭਾਈ ਸੱਧੂ ਜੀ ਨੇ। ਭਇਓ ਨਿਹਾਲ ਅਦਿਕ ਫਲ ਲੀਨਸ। ਜੇ ਸਾਰਾ ਪਰਿਵਾਰ ਜਿਹੜਾ ਨਿਹਾਲ ਹੋ ਗਿਆ, ਜਨਮਾਂ ਜਨਮਾਂ ਦੇ ਦੁੱਖ ਜਿਹੜੇ ਉਤਰ ਗਏ, ਜਿਹੜਾ ਵੀ ਛਕਦਾ ਆ ਉਹਦੇ ਦੁੱਖ ਦੂਰ ਹੁੰਦੇ ਜਾ ਰਹੇ ਹਨ। ਜਨਮਾਂ ਜਨਮਾਂ ਦੇ ਜਿਹੜੇ ਪਾਪ ਧੋਤੇ ਜਾਂਦੇ ਆ ਤੇ ਸਤ ਸੰਤੋਖ ਦਇਆ ਧਰਮ ਧੀਰਜ ਵਰਗੇ ਰੱਬੀ ਫਲ ਮਿਲਦੇ ਹਨ। ਹਾਥ ਜੋਰ ਆਗੇ ਹੋਏ ਖਰੋ। ਫਿਰ ਗੁਰੂ ਕੇ ਪਿਆਰਿਓ, ਧੰਨ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਦੋਵੇਂ ਹੱਥ ਜੋੜ ਕੇ ਭਾਈ ਸੱਧੂ ਜੀ ਖੜੇ ਹੋ ਗਏ ਹਨ। ਕਹਿਓ ਗੁਰੂ ਜੀ ਭੋਜਨ ਕਰੋ। ਫਿਰ ਕਹਿੰਦਾ, ਮਹਾਰਾਜ ਅਸੀਂ ਆਪ ਜੀ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਆ, ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ, ਭੋਗ ਹਰ ਰਾਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰੋ, ਗਰੀਬਾਂ ਕੋਲੋਂ ਜੋ ਕੁਝ ਸਰਦਾ ਸੀ ਉਹਦੇ ਨਾਲ ਪ੍ਰਸ਼ਾਦ ਪਾਣੀ ਤਿਆਰ ਕੀਤਾ। ਆਪ ਜੀ ਭੋਗ ਲਾਉਣਾ ਕਰੋ, ਆਪ ਜੀ ਪ੍ਰਸ਼ਾਦ ਦਾ ਥਾਲ ਛਕਣਾ ਕਰੋ ਜੀ। He stands in front of the Guru and asks him to eat the prashada pani which is ਤਿਆਰ। ਸੁਣਤ ਉਠੇ ਲਖ ਪ੍ਰੇਮ ਕਨੇਰਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰੇਮ ਦੇ ਨਾਲ ਉੱਠੇ ਤੇ ਉਸ ਸਿੱਖ ਦੇ ਪ੍ਰੇਮ ਨੂੰ ਜਾਣ ਕੇ ਚੌਂਕੀ ਪਰ ਬੈਠੇ ਤਸਬੇਰਾ। ਸਤਿਗੁਰੂ ਪਾਤਸ਼ਾਹ ਜੀ ਦੇ ਬਿਰਾਜਣ ਵਾਸਤੇ ਇੱਕ ਸੁੰਦਰ ਨਵੀਂ ਚੌਂਕੀ ਰੱਖੀ ਹੈ। ਉਸ ਚੌਂਕੀ ਉੱਤੇ ਧੰਨ ਗੁਰੂ ਅਰਜਨ ਦੇਵ ਜੀ ਬਿਰਾਜੇ ਹਨ। ਪ੍ਰਿਥਕ ਪ੍ਰਿਥਕ ਕਰ ਥਾਲ ਪਰੋਸਾ। ਫਿਰ ਸਾਰੀ ਸੰਗਤਾਂ ਦੀਆਂ ਪੰਗਤਾਂ ਲਾ ਕੇ, ਤੇ the word ਪੰਗਤ means line। ਪੰਗਤ ਦੇ ਅਰਥ ਨੇ ਇੱਕ ਕਤਾਰ ਵਿੱਚ ਬਹਿਣਾ, ਇੱਕ ਦੂਜੇ ਦੇ ਨਾਲ ਲੱਗ ਕੇ ਬਹਿਣਾ। ਪੰਗਤ ਦੇ ਅਰਥ ਨੇ ਜੁੜ ਕੇ ਬਹਿਣਾ। ਇਹ ਨਹੀਂ ਕਿ ਇੱਕ ਸਿੱਖ ਉਹ ਬੈਠਾ ਆ, ਇੱਕ ਸਿੱਖ ਉਹ ਬੈਠਾ ਆ। ਇਹ ਉਹ ਸਮਾਂ ਹੁੰਦਾ ਸੀ ਜਦੋਂ ਸਿੱਖਾਂ ਨੂੰ ਇੱਕ ਦੂਜੇ ਕੋਲ ਬੈਠ ਕੇ ਬੜੀ ਖੁਸ਼ੀ ਹੁੰਦੀ ਸੀ। ਪੰਗਤਾਂ ਲਾ ਲਈਆਂ, ਪੰਗਤਾਂ ਦੇ ਨਾਲ ਗੋਡੇ ਜੋੜ ਕੇ ਸਿੱਖ ਬੈਠੇ ਨੇ ਤੇ ਇੱਕ ਇੱਕ ਕਰਕੇ ਸਾਰਿਆਂ ਨੂੰ ਥਾਲ ਵੰਡੀ ਜਾ ਰਹੇ ਨੇ। ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਨੇ ਭਾਈ ਸੱਧੂ। Pangat means sitting knee on knee. Not one Sikh sits in one side of the langar hall, the other one sits on the other side of the langar hall. Pangat means line. Pangat ਸ਼ਬਦ ਤੋਂ ਬਣਿਆ ਹੈ ਪੰਗਤੀ, ਜਿਹਨੂੰ ਅਸੀਂ ਤੁਕ ਕਹਿੰਦੇ ਆ। Pankti means line, sitting together, because the Sikhs love Sadhu is putting down the thals. ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਹੈ। ਭਾਖਿ ਭੇਜ ਲਹੇਜ ਅਰਚੋਸਾ। ਗੁਰੂ ਕੇ ਪਿਆਰਿਓ, ਭੱਖ ਦੇ ਅਰਥ ਨੇ ਕਿ ਜਿਹੜੇ ਜਿਸ ਤਰ੍ਹਾਂ ਗੁਰੂ ਕੇ ਪਿਆਰਿਓ ਚਣੇ ਜਿਹੜੇ ਆ ਉਹ ਚੱਬੇ ਜਾਂਦੇ ਆ, ਇਸ ਤਰ੍ਹਾਂ ਦਾ ਭੋਜਨ ਤਿਆਰ ਕੀਤਾ ਹੈ। ਭੋਜ ਨੇ ਪ੍ਰਸ਼ਾਦੇ, ਪ੍ਰਸ਼ਾਦਿਆਂ ਵਾਂਗੂ ਜਿਹੜੇ ਖਾਧੇ ਜਾਂਦੇ, ਇਹ ਦੂਸਰਾ ਤਰ੍ਹਾਂ ਦਾ ਭੋਜਨ ਆ। ਲੇਹਜ, ਲੇਹਜ ਦੇ ਅਰਥ ਨੇ ਲੇਸਦਾਰ, ਜਿਵੇਂ ਕੜੀ ਲੇਸਦਾਰ ਹੈ। ਗੁਰੂ ਕੇ ਪਿਆਰਿਓ, ਦਾਲਾਂ ਲੇਸਦਾਰ ਨੇ, ਲੇਸਦਾਰ ਭੋਜਨ ਵੀ ਤਿਆਰ ਕੀਤਾ ਹੈ। ਤੇ ਚੋਸਾ, ਚੋਸਾ ਦੇ ਅਰਥ ਨੇ ਜਿਹੜਾ ਅੰਬ ਵਾਂਗੂ ਚੂਸਿਆ ਜਾਵੇ, ਉਹਨੂੰ ਚੋਸਾ ਕਹਿੰਦੇ ਆ। ਇਹ ਭੱਖ ਤਰ੍ਹਾਂ ਦਾ ਭੋਜਨ
ਭੋਜ ਤਰ੍ਹਾਂ ਦਾ ਭੋਜਨ, ਲੇਹਜ ਤਰ੍ਹਾਂ ਦਾ ਭੋਜਨ ਤੇ ਚੋਸਾ, ਇਹ 4 ਤਰ੍ਹਾਂ ਦੇ ਭੋਜਨ ਜਿਹੜੇ ਆ ਭਾਈ ਸੱਧੂ ਜੀ ਨੇ ਤਿਆਰ ਕੀਤੇ ਆ। There are 4 types of food, that which is chewed, then that which is eaten like the prashada, then that which is lesdar. Lesdar means like kadi is, like it falls down in a line which is made out of liquid. Then the 4th type of food is called chosa, which is like an amb, like a mango, which is not chewed, you drink from the mango. ਉਹਨੂੰ ਚੂਸ ਕੇ ਖਾਧਾ ਜਾਂਦਾ ਆ। ਪਿਆਰਿਓ 4 ਤਰ੍ਹਾਂ ਦਾ ਭੋਜਨ ਥਾਲ ਵਿੱਚ ਪਾ ਕੇ ਗੁਰੂ ਸਾਹਿਬ ਜੀ ਦੇ ਸਾਹਮਣੇ ਰੱਖਿਆ ਹੈ। ਤੁਰਸ਼ ਮਦਰ ਅਰ ਤਿਕਤ ਸੁਲਾਉਣ। ਗੁਰੂ ਕੇ ਪਿਆਰੋ ਕੁਝ ਜਿਹੜਾ ਭੋਜਨ ਖੱਟਾ ਮਿੱਠਾ ਹੈ, ਤੁਰਸ਼ ਦੇ ਅਰਥ ਨੇ ਖੱਟਾ ਮਿੱਠਾ, ਮਦਰ ਦੇ ਅਰਥ ਨੇ ਜਿਹੜਾ ਨਿਰਾ ਮਿੱਠਾ ਹੋਵੇ, ਤਿਕਤ ਦੇ ਅਰਥ ਨੇ ਜਿਹਦੇ ਵਿੱਚ ਮਿਰਚ ਪਾਈ ਹੋਵੇ, ਭਾਜਾ ਆਦਿਕ ਜਿਹੜੀਆਂ ਚੀਜ਼ਾਂ ਨੇ, ਦਾਲਾਂ ਆਦਿਕ, ਤੇ ਸਲਾਉਣ ਜਿਹਦੇ ਵਿੱਚ ਲੂਣ ਹੋਵੇ। There are 4 types of food, one which is bitter sweet, one which is sweet, one which has mirchain, which has chilies in, and the last type of food which has salt in. ਇਹ 4 ਤਰ੍ਹਾਂ ਦਾ ਭੋਜਨ ਮਹਾਰਾਜ ਜੀ ਦੇ ਅੱਗੇ ਰੱਖਿਆ ਹੈ। ਆਗੇ ਧਰਿਓ ਗੁਰੂ ਕੇ ਤੌਣ। ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਥਾਲ ਰੱਖਿਆ ਹੈ ਪ੍ਰੇਮ ਭਾਵਨਾ ਦੇ ਨਾਲ। ਹੱਥ ਜੋੜ ਸਨਮੁਖ ਰਹਿ ਖਰੋ। ਭਾਈ ਸੱਧੂ ਜੀ ਖੜੇ ਨੇ ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਦੇ ਸਨਮੁਖ। ਚਾਹਤ ਹੁਕਮ ਸੋ ਸੇਵਾ ਕਰੋ। ਕਹਿੰਦੇ ਮਹਾਰਾਜ ਦਾ ਹੁਕਮ ਆਵੇ ਨਾ, ਮੈਂ ਮਹਾਰਾਜ ਦੇ ਹੁਕਮ ਦੇ ਨਾਲ ਸੇਵਾ ਕਰਾਂ। ਸਿੱਖਿਅਨ ਸਹਿਤ ਸੋ ਕਰਿਓ ਆਹਾਰੇ। ਸਾਰੇ ਸਿੱਖਾਂ ਦੇ ਨਾਲ ਬੈਠ ਕੇ ਧੰਨ ਗੁਰੂ ਅਰਜਨ ਦੇਵ ਜੀ ਪੰਗਤ ਦੇ ਵਿੱਚ ਫਿਰ ਲੰਗਰ ਨੂੰ ਭੋਗ ਲਾਇਆ। ਪਹਿਲਾਂ ਧੰਨ ਗੁਰੂ ਅਰਜਨ ਦੇਵ ਜੀ ਨੇ ਛਕਿਆ, ਫਿਰ ਸਾਰੇ ਸਿੱਖਾਂ ਨੇ ਪੰਗਤ ਵਿੱਚ ਬੈਠ ਕੇ ਭੋਜਨ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਜੀ, imagine the scene in that little tiny house which is lit with lamps, by Sadhu ji standing there, so the smile goes from one ear to the other. His wife is smiling as well. ਇੰਨੇ ਖੁਸ਼ ਨੇ, ਸਾਡੇ ਘਰ ਗੁਰੂ ਸਾਹਿਬ ਜੀ ਸਿੱਖਾਂ ਸਮੇਤ ਆਏ ਨੇ। ਪਿਆਰਿਓ, ਗੁਰੂ ਜੀ is eating ਪ੍ਰਸ਼ਾਦਾ, ਸਾਰੀ ਸੰਗਤ ਪ੍ਰਸ਼ਾਦਾ ਪਾਣੀ ਛਕਦੀ ਪਈ ਹੈ। ਤ੍ਰਿਪਤ ਭਏ ਸਭ ਹਾਥ ਬਖਾਰੇ। ਫਿਰ ਗੁਰੂ ਕੇ ਪਿਆਰਿਓ, ਜਦੋਂ ਪ੍ਰਸ਼ਾਦਾ ਛਕ ਕੇ ਤੇ ਤ੍ਰਿਪਤ ਹੋ ਗਏ, ਉਸ ਵੇਲੇ ਭਾਈ ਸੱਧੂ ਜੀ ਜਲ ਦਾ ਕਟੋਰਾ ਲੈ ਕੇ ਤੇ ਸਾਰੇ ਸਿੱਖਾਂ ਦੇ ਜਿਹੜੇ ਹੱਥ ਆ ਉਹ ਸੁੱਚੇ ਕਰਨਾ ਕੀਤੇ ਨੇ। ਭਾਈ ਸੱਧੂ ਜੀ takes the jug in his hand and now he is washing everyone's hands। ਲੰਗਰ ਤੋਂ ਬਾਅਦ ਗੁਰ ਪ੍ਰਿਅੰਕ ਪਰ ਪਹੁੰਚੈ ਜਬੈ। ਫਿਰ ਗੁਰੂ ਕੇ ਪਿਆਰਿਓ, ਲੰਗਰ ਛਕ ਕੇ ਸਤਿਗੁਰੂ ਪਾਤਸ਼ਾਹ ਜੀ ਫਿਰ ਪਲੰਗ ਉੱਤੇ ਸੁਭਾਏਮਾਨ ਹੋ ਗਏ ਹਨ। ਭੋਜਨ ਅਚਿਓ ਤ੍ਰਿਆ ਜਤ ਤਬੈ। ਫਿਰ ਗੁਰੂ ਕੇ ਪਿਆਰਿਓ, ਜਦੋਂ ਧੰਨ ਗੁਰੂ ਅਰਜਨ ਦੇਵ ਜੀ ਆਪਣੇ ਪਲੰਗ ਤੇ ਬਿਰਾਜਮਾਨ ਹੋਏ, ਸਾਰੀ ਸੰਗਤ ਨੂੰ ਛਕਾ ਕੇ ਨਾ, ਫਿਰ ਭਾਈ ਸੱਧੂ ਤੇ ਉਹਨਾਂ ਦੇ ਘਰੋਂ ਬੀਬੀ ਬੈਠ ਕੇ ਪ੍ਰਸ਼ਾਦਾ ਛਕਦੇ। ਇਹਨੂੰ ਕਹਿੰਦੇ ਨੇ ਸੇਵਾ ਕਰਨੀ। ਪਿਆਰਿਓ, ਇਹ ਪੁਰਾਣੀ ਰਹਿਤ ਹੁੰਦੀ ਸੀ ਸੇਵਾ ਦੀ। ਜੇ ਸੇਵਾ ਲੈਣੀ ਨਾ ਸੰਗਤ ਦੀ, ਇਹ ਨਹੀਂ ਕਿ ਸੰਗਤ ਦੇ ਆਉਣ ਤੋਂ ਪਹਿਲਾਂ ਹੀ ਪ੍ਰਸ਼ਾਦਾ ਛਕ ਲਓ। ਅਸੀਂ ਕਹਿ ਦਿੰਦੇ ਹਾਂ ਜੀ ਫੇਰ ਕੀ ਹੋ ਗਿਆ, ਅੱਜ ਜ਼ਮਾਨਾ ਹੋ ਗਿਆ ਨਾ ਹੋਰ, ਫੇਰ ਕੀ ਹੋ ਗਿਆ ਦਾ ਜ਼ਮਾਨਾ ਚਲੇ ਗਿਆ। ਇਹਨੂੰ ਪ੍ਰੇਮ ਕਹਿੰਦੇ ਨੇ ਪਿਆਰਿਓ, ਕਿ ਪਹਿਲਾਂ ਗੁਰੂ ਨਾਨਕ ਦੀ ਸੰਗਤ ਛਕੇਗੀ, ਫਿਰ ਮੈਂ ਆਪਣੇ ਮੂੰਹ ਜੂਠਾ ਕਰਾਂਗਾ। ਇਹਨੂੰ ਪ੍ਰੇਮ ਕਹਿੰਦੇ ਆ। ਇਹ ਸਾਡੀ ਜ਼ਿੰਦਗੀ ਵਿੱਚੋਂ ਇਹੀ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਨੇ। ਇਸੇ ਕਰਕੇ ਘਰ ਘਰ ਦੇ ਵਿੱਚ ਝਗੜੇ ਨੇ, ਕਿਉਂਕਿ ਇਹ ਚੀਜ਼ਾਂ ਛੱਡ ਗਏ। ਜਿਨ੍ਹਾਂ ਚੀਜ਼ਾਂ ਕਰਕੇ ਪਿਆਰ ਵੱਧਦਾ ਸੀ। ਪਿਆਰਿਓ, ਸੰਗਤ ਕੀ ਸੋਚਦੀ ਹੋਵੇਗੀ, ਭਾਈ ਸੱਧੂ ਜੀ ਖੜੇ ਸੇਵਾ ਕਰਦੇ ਤੇ ਸੰਗਤ ਦੇ ਦਿਲ ਵਿੱਚ ਅਸੀਸ ਨਹੀਂ ਆਈ ਹੋਵੇਗੀ ਕਿ ਸਿੱਖ ਨੇ ਛਕਿਆ ਨਹੀਂ, ਸਾਨੂੰ ਛਕਾਉਂਦਾ ਪਿਆ। ਇਹ ਅਸੀਸ ਲੈਣ ਦੀ ਇੱਕ ਜਾਚ ਹੁੰਦੀ ਆ ਬੱਚਿਓ। ਸਪੈਸ਼ਲੀ ਲਰਨ ਦਿਸ when it is your seva at the Guru's house, when it is langar from your family, or even if you are doing seva in the langar, if you want Guru Nanak Dev Ji's khushi, if you want the happiness of Guru Nanak, first give prashada to everyone in the langar to eat. When everyone has had prashada, fir baith ke shakya kari, Guru Nanak di khushi mildi hai। Bhai Sadhu ji ਸਾਰੀ ਸੰਗਤ ਨੂੰ ਛਕਾ ਕੇ ਪਿੱਛੋਂ ਬਚਿਆ ਆਪ ਖਵੰਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਸਿੱਖ ਦੀ ਰਹਿਤ ਹੈ ਇਹ ਕੇਵਲ ਪਿਆਰਿਓ ਗੱਲਾਂ ਨਹੀਂ। ਛਕਾ ਕੇ ਫਿਰ ਆਪ ਛਕਦਾ ਹੈ। ਭਾਈ ਸੱਧੂ ਜੀ ਉਹਨਾਂ ਦੇ ਘਰੋਂ ਬੀਬੀ ਜੀ ਬੈਠ ਕੇ ਪ੍ਰਸ਼ਾਦਾ ਛਕਦੇ ਹਨ। ਪੁੰਨ ਦੰਪਤ ਬਿਜਨਾ ਲੈ ਗਏ। ਫਿਰ ਪਿਆਰਿਓ ਸ਼ਾਮਾਂ ਦਾ ਵੇਲਾ ਆ ਗਿਆ ਹੈ ਤੇ ਭਾਈ ਸੱਧੂ ਦੇ ਘਰੋਂ ਬੀਬੀ ਨੇ ਆਖਿਆ, ਕਹਿੰਦੇ ਪਤੀ ਜੀ ਜੇਠ ਦੇ ਦਿਨ ਨੇ, ਤਪਦਾ ਪਿਆ ਹੈ ਬਾਹਰ, ਤੇ ਆਓ ਆਪਾਂ ਇੱਕ ਕੰਮ ਕਰੀਏ। ਗੁਰੂ ਅਰਜਨ ਦੇਵ ਜੀ ਪਲੰਗ ਉੱਤੇ ਬਰਾਜ ਰਹੇ ਨੇ, ਆਪਾਂ ਦੋਵੇਂ ਸਾਰੀ ਰਾਤ ਗੁਰੂ ਅਰਜਨ ਦੇਵ ਜੀ ਨੂੰ ਪੱਖਾ ਝੁਲੀ। ਅੱਜ ਦਾ ਸਿੱਖ ਤਾਂ ਕਹਿੰਦਾ ਜੀ ਚੌਰ ਦਾ ਕੀ ਫਾਇਦਾ। ਮੈਂ ਬੇਨਤੀ ਕਰਾਂ, ਜਿਹੜਾ ਤੱਤੀਆਂ ਤਵੀਆਂ ਉੱਤੇ ਅਡੋਲ ਬੈਠ ਗਿਆ ਨਾ, ਉਹ ਪੱਖੇ ਦਾ ਕੋਈ ਮੁਹਤਾਜ ਨਹੀਂ।
ਗੁਰੂ ਨੂੰ ਪੱਖਾ ਕਰਨ ਦੇ ਨਾਲ ਤੇਰਾ ਭਲਾ ਹੁੰਦਾ ਸਿੱਖਾ। ਗੁਰੂ ਨੂੰ ਚੌਰ ਕਰਨ ਦੇ ਨਾਲ ਤੇਰਾ ਭਲਾ ਹੁੰਦਾ ਹੈ। ਗੁਰੂ ਦੀ ਸੇਵਾ ਕਰਨ ਦੇ ਨਾਲ ਤੇਰਾ ਭਲਾ ਹੁੰਦਾ ਆ। ਗੁਰੂ ਨੂੰ ਪ੍ਰਗਟ ਗੁਰਾਂ ਕੀ ਦੇਹ ਸਮਝ ਕੇ ਤੇਰਾ ਭਲਾ ਹੁੰਦਾ ਹੈ। ਉਸ ਤਾਈਓ ਮੈਂ ਬੇਨਤੀ ਕਰਦਾ ਪਿਆਰਿਓ, ਇਹ ਪ੍ਰੇਮ ਭਾਵਨਾ ਦੀਆਂ ਗੱਲਾਂ ਨੇ। ਜਿਹੜਾ ਤੱਤੀ ਤਵੀ ਤੇ ਅਡੋਲ ਬਹਿ ਗਿਆ ਕਿ ਉਸ ਪਾਤਸ਼ਾਹ ਨੂੰ ਗਰਮੀ ਲੱਗਦੀ ਸੀ, ਪਰ ਨਹੀਂ ਪਿਆਰਿਓ, ਸਿੱਖਾਂ ਦੀ ਭਾਵਨਾ ਹੈ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗਰਮੀਆਂ 'ਚ ਆਪਾਂ ਪੱਖਾਂ ਝੋਲਦੇ ਹਾਂ ਨਾ, ਸੱਚੀ ਗੱਲ ਹੈ, ਉਦੋਂ ਮੈਂ ਬੇਨਤੀ ਕਰਾਂ ਪ੍ਰੇਮ ਭਾਵਨਾ ਨਾਲ ਜਿਹੜੀ ਸੇਵਾ ਕਰਦੇ ਹਾਂ ਉਹ ਸੇਵਾ ਜ਼ਰੂਰ ਸਫਲ ਹੁੰਦੀ। ਖੈਰ ਪਿਆਰਿਓ, I am saying this, ਮਾਤਾ ਜੀ, ਭਾਈ ਸੱਧੂ ਜੀ's wife says to her husband, she says, oh my husband, it is burning hot, let us do pakha to ਧੰਨ ਗੁਰੂ ਅਰਜਨ ਦੇਵ ਜੀ। And what I said today, when it is a hot day outside, if you come and do pakha to Guru Granth Sahib, if you come and do chaur to Guru Granth Sahib, Guru Granth Sahib ji Maharaj is watching। ਤੇਰਾ ਭਲਾ ਹੁੰਦਾ ਹੈ ਸਿੱਖਾ, ਗੁਰੂ ਨੂੰ ਪ੍ਰਗਟ ਗੁਰਾਂ ਕੀ ਦੇਹ ਸਮਝ ਕੇ। ਖੈਰ ਪਿਆਰਿਓ, ਭਾਈ ਸੱਧੂ ਜੀ ਉਹਨਾਂ ਦੇ ਘਰੋਂ ਬੀਬੀ ਹੱਥ ਦੇ ਵਿੱਚ ਪੱਖੀ ਲੈ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜਿੱਥੇ ਪਲੰਗ ਸਾਹਿਬ ਆ ਉੱਥੇ ਚਲੇ ਜਾਂਦੇ ਹਨ। ਪੌਣ ਪ੍ਰੀਤ ਸੋ ਹਾਕਤ ਭਏ। ਸਾਰੀ ਰਾਤ ਕਦੇ ਭਾਈ ਸੱਧੂ ਜੀ ਕਦੇ ਉਹਨਾਂ ਦੇ ਘਰੋਂ ਦੋਵੇਂ ਜਿਹੜੇ ਇਹ ਦੰਪਤੀ ਜੋੜਾ ਸਾਰੀ ਰਾਤ ਪੱਖੀ ਚੱਲਦੇ ਨੇ। ਕਹਿੰਦੇ ਮਸਾਂ ਗੁਰੂ ਸਾਡੇ ਘਰ ਆਏ ਨੇ, ਸਾਰੀ ਰਾਤ ਪੱਖਾਂ ਝੱਲੀਏ। ਮੈਂ ਬੇਨਤੀ ਕਰਾਂ, ਜਦੋਂ ਤੇਰੇ ਘਰ ਵਿੱਚ ਅਖੰਡ ਪਾਠ ਸਾਹਿਬ ਹੁੰਦਾ, ਤੇਰੇ ਘਰ ਵਿੱਚ 10 ਪਾਤਸ਼ਾਹੀਆਂ ਬਿਰਾਜਦੀਆਂ ਨੇ, ਕਦੇ ਸਾਡੇ ਘਰ ਵਿੱਚ ਅਖੰਡ ਪਾਠ ਸਾਹਿਬ ਹੁੰਦਾ ਹੋਵੇ, ਸਾਰੀ ਰਾਤ ਚੌਰ ਕਰੇ ਤਾਂ ਪਤਾ ਲੱਗਦਾ ਕਿ ਸਿੱਖੀ ਦਾ ਜਜ਼ਬਾ ਕੀ ਹੈ। ਉਹ ਤੇਰੇ ਘਰ ਵਿੱਚ ਅਖੰਡ ਪਾਠ ਹੋਵੇ, ਗ੍ਰੰਥੀ ਸਿੰਘ ਇਕੱਲਾ ਬੈਠਾ ਹੋਵੇ, ਮੈਂ ਬੇਨਤੀ ਕਰਾਂ ਪਿਆਰਿਓ, ਇਹਨੂੰ ਸੇਵਾ ਨਹੀਂ ਕਹਿੰਦੇ, ਇਹਨੂੰ ਲੋਕਾਚਾਰ ਕਹਿੰਦੇ ਆ। ਇਹਨੂੰ ਲੋਕ ਲੱਜਿਆ ਜ਼ਰੂਰ ਕਹਿਣਗੇ, ਪਰ ਇਹ ਸੇਵਾ ਨਹੀਂ ਹੁੰਦੀ। ਪਿਆਰਿਓ, ਅੱਜ ਵੀ ਜੇ ਗੁਰੂ ਗ੍ਰੰਥ ਸਾਹਿਬ, if an ਅਖੰਡ ਪਾਠ is happening in your house, Guru Arjan Dev Ji has come to Bhai Sadhu's house, he fans the Guru all night. If it is an akhand part in your house, stand doing chaur over Sri Guru Granth Sahib Ji Maharaj. ਨਾਲੇ ਬਾਣੀ ਸੁਣਨ ਨੂੰ ਮਿਲਦੀ ਹੈ, ਨਾਲੇ ਗੁਰੂ ਦੀ ਸੇਵਾ, ਨਾਲੇ ਕੰਨ ਸਫਲ, ਨਾਲੇ ਤਨ ਸਫਲ, ਨਾਲੇ ਮਨ ਸਫਲ। ਪਿਆਰਿਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਾਰੀ ਰਾਤ ਚੌਰ ਸਾਹਿਬ ਦੀ ਇਹ ਪੱਖੀ ਨੂੰ ਚੌਰ ਸਾਹਿਬ ਸਮਝ ਕੇ ਪੱਖਾ ਸਾਰੀ ਰਾਤ ਝੋਲਦੇ ਨੇ ਗੁਰੂ ਕੇ ਸਿੱਖ। ਸੁੰਦਰ ਅੰਮ੍ਰਿਤੁਲ ਚਰਨ ਕੋ ਕਹਿ ਕੇ ਫਿਰ ਗੁਰੂ ਕੇ ਪਿਆਰਿਓ, ਭਾਈ ਸੱਧੂ ਦੀ ਜਿਹੜੇ ਇਹ ਘਰੋਂ ਬੀਬੀ ਆ ਉਹ ਪੱਖੀ ਚੱਲਦੇ ਆ। ਧੰਨ ਗੁਰੂ ਅਰਜਨ ਦੇਵ ਜੀ ਦੇ ਕੋਮਲ ਚਰਨਾਂ ਕਮਲਾਂ ਨੂੰ ਆਪਣੇ ਹੱਥਾਂ ਵਿੱਚ ਪਕੜਿਆ ਹੋਇਆ ਆ, ਜਿਨ੍ਹਾਂ ਚਰਨਾਂ ਕਮਲਾਂ ਨੂੰ ਕੁਝ ਕੁ ਦਿਨਾਂ ਤੱਕ ਛਾਲਿਆਂ ਨੇ ਭਰ ਕੇ ਰੱਖ ਦੇਣਾ। ਜਿਨ੍ਹਾਂ ਚਰਨਾਂ ਕਮਲਾਂ ਵਿੱਚੋਂ ਖੂਨ ਦੇ ਦਰਿਆ ਵਹਿਣੇ ਨੇ, ਉਹਨਾਂ ਚਰਨਾਂ ਕਮਲਾਂ ਨੂੰ ਭਾਈ ਸੱਧੂ ਨੇ ਘੁੱਟ ਕੇ ਪਕੜਿਆ। ਕਦੇ ਅੰਦਰ ਦੀਆਂ ਅੱਖਾਂ ਨਾਲ ਦੇਖੋ ਸੀਨ ਜਿਹੜਾ, this is only a few days before those lotus feet of the Guru are ripped through with ulcers, are burnt through on burning hot plates. This evening, Bhai Sadhu grabs hold of the Guru's lotus feet. ਭਾਈ ਸੱਧੂ ਜੀ ਚਰਨਾਂ ਦੀ ਸੇਵਾ ਕਰਦੇ ਹਨ। ਚਾਂਪ ਤੇ ਚੌਂਪ ਚਾਰ ਕੋ ਚਹਿ ਕੈ, ਸਾਰੀ ਰਾਤ ਇਹਨਾਂ ਸ੍ਰੇਸ਼ਟ ਚਰਨਾਂ ਕਮਲਾਂ ਨੂੰ, ਉੱਤਮ ਗੁਰੂ ਦੇ ਚਰਨਾਂ ਕਮਲਾਂ ਨੂੰ ਉਹ ਮੁੱਠੀ ਚਾਬੀ ਕਰਦੇ ਰਹੇ ਨੇ। He kept massaging Guru Arjan Dev Ji's feet all throughout the night। ਹਾਂਜੀ, ਇसी ਪ੍ਰਕਾਰ ਨਿਸਾ ਵੱਧ ਗਈ। ਇਸ ਤਰ੍ਹਾਂ ਗੁਰੂ ਕੇ ਪਿਆਰਿਓ, ਰਾਤ ਜਿਹੜੀ ਆ ਉਹ ਵੱਧਦੀ ਗਈ ਹੈ। ਸੁਖ ਸਹਜਾ ਪਰ ਨਿੰਦਰਾ ਲਈ। ਤੇ ਉਸ ਵੇਲੇ ਗੁਰੂ ਸਾਹਿਬ ਜੀ ਬਿਰਾਜਮਾਨ ਹੋ ਗਏ ਨੇ ਤੇ ਸਾਰੇ ਸਿੱਖ ਜਿਹੜੇ ਆ ਆਪੋ ਆਪਣੇ ਅਸਥਾਨ ਤੇ ਲੰਮਿਆਂ ਪੈ ਗਏ ਨੇ, ਬਿਰਾਜ ਗਏ ਨੇ ਗੁਰੂ ਕੇ ਸਿੱਖ ਜਿਹੜੇ ਆ, ਤੇ ਸਾਰੇ ਸਿੱਖ ਜਿਹੜੇ ਆ ਸੁੱਖ ਲੈਂਦੇ ਪਏ ਨੇ। ਇਕਟ ਸਿੱਖ ਸਭ ਹੀ ਪਰ ਸੋਏ, ਜਿੰਨੇ ਵੀ ਗੁਰੂ ਕੇ ਸਿੱਖ ਸੀ ਉਹ ਸਾਰੇ ਸੁੱਖ ਲੈਂਦੇ ਪਏ ਨੇ, ਬਿਰਾਜ ਗਏ ਨੇ। ਬਿਧੀ ਚੰਦ ਆਦਿਕ ਹੈ ਜੋ, ਵਾਹ ਵਾਹ ਬਾਬਾ ਬਿਧੀ ਚੰਦ ਜੀ ਸ਼ੀਨਾ, ਭਾਈ ਜੇਠਾ ਜੀ, ਭਾਈ ਪਿਰਾਣਾ ਜੀ, ਭਾਈ ਪੈੜਾ ਜੀ, ਇਹੋ ਜਿਹੇ ਗੁਰੂ ਕੇ ਸਿੱਖ ਜਿਹੜੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਵਿੱਚ ਪਏ ਨੇ। ਜਿਵੇਂ ਚੰਦਰਮਾ ਆਲੇ ਦੁਆਲੇ, ਜਿਵੇਂ ਤਾਰਿਆਂ ਵਾਂਗੂ ਸਿੱਖ ਚਮਕਦੇ ਪਏ ਆ। ਦੇਖੋ ਕਦੇ ਧੰਨ ਗੁਰੂ ਅਰਜਨ ਦੇਵ ਜੀ ਦੇ ਆਲੇ ਦੁਆਲੇ ਸਿੱਖ ਜਿਹੜੇ ਆ ਉਹ ਜ਼ਮੀਨ ਦੇ ਉੱਤੇ ਲੇਟ ਗਏ ਨੇ। ਗੁਰੂ ਕੇ ਪਿਆਰਿਓ, ਆਪੋ ਆਪਣੀ ਥਾਂ ਤੇ ਸਿੱਖ ਜਿਹੜੇ ਸੁੱਖ ਲੈਂਦੇ ਆ। The Sikhs are on the floor, they are lying down. Each of the Sikhs is going to sleep. ਬਾਬਾ ਬਿਧੀ ਚੰਦ, ਭਾਈ ਪੈੜਾ, ਭਾਈ ਪੁਰਾਣਾ, ਭਾਈ ਜੇਠਾ, ਇਹ ਸਾਰੇ ਗੁਰੂ ਕੇ ਸਿੱਖ ਆਰਾਮ ਕਰਦੇ ਪਏ ਨੇ। ਜਾਮ ਜਾਮਨੀ ਜਾਗਰਣ ਕੀਨ, ਗੁਰੂ ਕੇ ਪਿਆਰਿਓ, ਜਦੋਂ ਇੱਕ ਪਹਿਰ ਰਾਤ ਦੀ ਰਹਿੰਦੀ, ਤਕਰੀਬਨ 2, 2:30, 3 ਵਜੇ ਅੰਮ੍ਰਿਤ ਵੇਲੇ ਦੇ ਹੋਏ, ਉਸ ਵੇਲੇ ਸਾਰੇ ਸਿੱਖ ਤਿਆਰ ਬਰ ਤਿਆਰ ਹੋ ਗਏ ਨੇ। ਅੰਮ੍ਰਿਤ ਵੇਲਾ ਹੋ ਗਿਆ, the morning has come, ਅੰਮ੍ਰਿਤ ਵੇਲਾ has come, 3 AM, 2 AM,
all of the Sikhs start getting up. ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਉੱਠੇ ਨੇ। ਸੌਚਾਚਾਰ ਸਗਲ ਕਰ ਲੀਨ, ਸਾਰਿਆਂ ਨੇ ਸੌਚਾਚਾਰ ਕੀਤਾ ਹੈ। ਤਨ ਇਸ਼ਨਾਨ ਜਲ ਨਿਰਮਲ ਸਾਰ, ਦਾਤਨ ਕੁਰਲਾ ਆਦਿਕ ਕਰਕੇ ਫਿਰ ਪਿਆਰਿਓ ਇਸ਼ਨਾਨ ਕੀਤਾ ਹੈ ਬੜੇ ਸੁੰਦਰ ਜਲ ਦੇ ਨਾਲ। ਭਾਈ ਸੱਧੂ ਜੀ ਜਲ ਜਿਹੜਾ ਹੈ ਉਹ ਭਰ ਭਰ ਕੇ ਖੂਹ ਤੇ ਲਿਆਉਂਦੇ ਨੇ ਗੁਰੂ ਸਾਹਿਬ ਵਾਸਤੇ ਸਵੱਛ ਜਲ, ਤੇ ਗੁਰੂ ਸਾਹਿਬ ਜੀ ਦਾ ਇਸ਼ਨਾਨ ਕਰਾਇਆ, ਫਿਰ ਸਾਰੇ ਸਿੱਖਾਂ ਦਾ ਇਸ਼ਨਾਨ ਕਰਾਇਆ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ। ਇੱਕ ਜਿਤ ਬੈਠ ਰਹੇ ਗੁਰਨਾਥ, ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਸਾਰੀ ਦੁਨੀਆ ਦੇ ਨਾਥ ਨੇ, ਮਾਲਕ ਨੇ, ਇੱਕਦਮ ਅਡੋਲ ਸਤਿਗੁਰੂ ਪਾਤਸ਼ਾਹ ਜੀ ਨੇ ਚੌਂਕੜਾ ਮਾਰਿਆ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਚਿਹਰਾ ਚਮਕਾਰੇ ਮਾਰਦਾ ਪਿਆ ਆ। ਧੰਨ ਗੁਰੂ ਅਰਜਨ ਦੇਵ ਜੀ ਅਡੋਲ ਆਪਣੇ ਨਿਜ ਸਰੂਪ ਦੇ ਧਿਆਨ ਵਿੱਚ ਲੀਨ ਹੋ ਗਏ ਨੇ। The Guru is sitting there. Imagine all of the Sikhs. Imagine you're there in that house. Imagine ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ sitting upon that ਮੰਜਾ ਸਾਹਿਬ, upon that palang. Guru Arjan Dev Ji Maharaj has their eyes closed. Guru Arjan Dev Ji's face is shining more than millions of suns. Sache Padshah Ji Maharaj is meditating themselves. महाराज जी अपने स्वरूप दे ध्यान विच लीन हन। पुनः प्रकाश भयो रव चढ़ियो, जदों गुरु के प्यारे सूरज चढ़ गया सारे पासे रोशनी हो गई है। When the morning sun rised, हाँ जी, सब संगत सुन सुन मुद बड़ियो, ते उस वेले सारी संगत नूं पता लगदा है। एक जाने नूं कहंदे ने लाहौर दी संगत आपस विच गल्लां हुंदियां ने, ਉਹ ਫਲਾਨਿਆਂ ਤੈਨੂੰ ਪਤਾ ਲੱਗਾ ਗੁਰੂ ਸਾਹਿਬ ਜੀ ਆ ਗਏ ਨੇ, ਉਹ ਕਹਿੰਦੇ ਫਲਾਨਿਆਂ ਤੈਨੂੰ ਪਤਾ ਲੱਗਾ ਗੁਰੂ ਸਾਹਿਬ ਜੀ ਆ ਗਏ ਨੇ। ਸਾਰੀ ਸੰਗਤ ਇੱਕ ਦੂਜੇ ਨੂੰ ਦੱਸਦੀ ਜਾ ਰਹੀ ਹੈ, ਇੱਕ ਦੂਜੇ ਤੋਂ ਭੱਜ ਭੱਜ ਕੇ ਜਾ ਰਹੇ ਨੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ। The Sikhs are telling each other, have you heard the Guru has come? Have you heard the Guru has come? ਭੱਜ ਭੱਜ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਜਾਂਦੇ ਨੇ। ਮੈਂ ਬੇਨਤੀ ਕਰਾਂ ਪਿਆਰਿਓ, ਜਦੋਂ ਕਮਲ ਦਾ ਫੁੱਲ ਖਿੜਦਾ ਹੈ ਨਾ, ਭੌਰਿਆਂ ਨੂੰ ਕੋਈ ਦੱਸਣ ਦੀ ਲੋੜ ਨਹੀਂ, ਉਹਦੀ ਖੁਸ਼ਬੂ ਨੂੰ ਜਾਣ ਕੇ ਭੱਜ ਭੱਜ ਕੇ ਆਪ ਆਉਂਦੇ ਹਨ। ਆਏ ਆਏ ਦਰਸ਼ਨ ਕੋ ਕਰਹਿ, ਸਾਰੇ ਸਿੱਖ ਆਣ ਆਣ ਕੇ ਭੱਜ ਭੱਜ ਕੇ ਆਏ ਆਏ ਦੇ ਅਰਥ ਨੇ ਬੜੀ ਤੇਜ਼ੀ ਨਾਲ ਆਉਂਦੇ ਨੇ, ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਨੇ ਗੁਰੂ ਕੇ ਪਿਆਰੇ। ਬੰਦ ਹੈ ਚਰਨ ਉਪਾਇਨ ਧਰਹਿ, ਮਹਾਰਾਜ ਜੀ ਦੇ ਅੱਗੇ ਮੱਥਾ ਟੇਕ ਕੇ ਕੋਈ ਸਿੱਖ ਕੌਡੀਆਂ ਲੈ ਕੇ ਆਉਂਦਾ ਹੈ, ਕੋਈ ਸਿੱਖ ਦਮੜੇ ਲੈ ਕੇ ਆਉਂਦਾ ਆ, ਕੋਈ ਸਿੱਖ ਜਿਹੜਾ ਸੁੰਦਰ ਚਾਦਰਾਂ ਲੈ ਕੇ ਆਉਂਦਾ ਆ, ਆਪੋ ਆਪਣੀਆਂ ਭੇਟਾਵਾਂ ਲੈ ਕੇ ਤਿਲ ਫੁੱਲ ਲੈ ਕੇ ਤੇ ਮੱਥਾ ਟੇਕਦੇ ਹਨ ਗੁਰੂ ਕੇ ਸਿੱਖ। ਤਬਹਿ ਅਰਥਮਲ ਚੱਲ ਕਰ ਆਇਓ, ਉਸ ਵੇਲੇ ਬਾਬਾ ਅਰਥਮਲ ਜੀ ਜੋ ਗੁਰੂ ਅਮਰਦਾਸ ਜੀ ਦੇ ਪਰਿਵਾਰ ਚੋਂ ਸੀ ਨਾ, ਬਾਬਾ ਅਰਥਮਲ ਜੀ ਜਿਨ੍ਹਾਂ ਨੂੰ ਗੋਇੰਦਵਾਲ ਸਾਹਿਬ ਤੋਂ ਸੱਦਿਆ ਸੀ ਗੁਰੂ ਸਾਹਿਬ ਨੇ, ਬਾਬਾ ਅਰਥਮਲ ਜੀ ਭੱਲਾ ਉਹ ਵੀ ਪਹੁੰਚ ਗਏ ਹਨ। ਮਿਲਿਓ ਪ੍ਰੇਮ ਕਰ ਸੀਸ ਨਿਵਾਇਓ, ਉਸ ਵੇਲੇ ਬਾਬਾ ਅਰਥਮਲ ਜੀ ਆਪਣਾ ਸਿਰ ਝੁਕਾਉਂਦੇ ਆ, ਤੇ ਪਿਆਰਿਓ ਜਦੋਂ ਬਾਬਾ ਅਰਥਮਲ ਜੀ ਸੀਸ ਝੁਕਾਉਂਦੇ ਨੇ, ਗੁਰੂ ਅਰਜਨ ਦੇਵ ਜੀ ਨੇ ਫੜ ਲਿਆ ਦੋਵੇਂ ਬਾਹਾਂ ਤੋਂ, ਕਹਿੰਦੇ ਨਹੀਂ, ਤੇਰੇ ਰਗਾਂ ਵਿੱਚ ਗੁਰੂ ਅਮਰਦਾਸ ਦਾ ਖੂਨ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਕੀ ਕੁੱਲ ਭਾਵੇਂ ਆਪ ਸੋਢੀਆਂ ਦੀ ਕੁੱਲ ਚੋਂ ਨੇ, ਪਰ ਕਹਿੰਦੇ ਨਹੀਂ ਨਹੀਂ ਬਾਬਾ ਅਰਥਮਲ ਤੂੰ ਭੱਲਿਆਂ ਚੋਂ ਹੈ, ਨਹੀਂ ਨਹੀਂ ਸੀਸ ਨਾ ਝੁਕਾ। ਦੋਵੇਂ ਬਾਹਾਂ ਦੇ ਨਾਲ ਗੁਰੂ ਅਰਜਨ ਦੇਵ ਜੀ ਨੇ ਫੜ ਲਿਆ ਬਾਬਾ ਅਰਥਮਲ ਜੀ ਨੂੰ, ਕਹਿੰਦੇ ਨਹੀਂ ਸੀਸ ਨਾ ਝੁਕਾਓ, ਮੇਰੇ ਗਲੇ ਨਾ ਲੱਗ ਜਾਓ। ਪਿਆਰਿਓ ਅੱਜ ਮੇਰੇ ਵਰਗਾ ਪ੍ਰਚਾਰਕ ਮੈਂ ਪਰਹੇਜ਼ ਨਹੀਂ ਕਰਾਂਗਾ ਕਹਿਣ ਤੋਂ, ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਵਾਸਤੇ ਇੰਨੀ ਭੱਦੀ ਸ਼ਬਦਾਵਲੀ ਵਰਤਦੇ ਆ, ਮੈਂ ਕਹਿੰਦਾ ਉਹਨਾਂ ਨੂੰ ਬਾਬਾ ਜੀ ਕਹਿਣ ਦੀ ਵੀ ਅਕਲ ਨਹੀਂ ਹੈ। ਖੈਰ ਮੈਂ ਨੈਗੇਟਿਵ ਪਾਸੇ ਨਾ ਜਾਵਾਂ, ਕਦੇ ਵੀ ਕੱਲਾ ਸ੍ਰੀ ਚੰਦ ਲਖਮੀ ਚੰਦ ਨਹੀਂ ਆਖਣਾ, ਬਾਬਾ ਸ੍ਰੀ ਚੰਦ, ਬਾਬਾ ਲਖਮੀ ਚੰਦ, ਬਾਬਾ ਮਹਾਦੇਵ ਜੀ, ਬਾਬਾ ਜੀ ਕਹਿ ਕੇ ਬੁਲਾਉਣਾ ਹੈ ਗੁਰੂ ਕੀਆਂ ਕੁਲਾਂ ਨੂੰ। ਇਹ ਗੁਰੂ ਨਾਨਕ ਦੀ ਅੰਸ਼ ਬੰਸ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ ਦੀ ਅੰਸ਼ ਬੰਸ ਹੈ, ਸਤਿਕਾਰ ਨਾਲ ਬੁਲਾਈਏ। ਉਹ ਪਿਆਰਿਓ ਅਸੀਂ ਪਾਪਾਂ ਦੇ ਭਰੇ ਹੋਏ ਹੁੰਦੇ ਆ ਤੇ ਉਹਨਾਂ ਵੱਲ ਉਂਗਲੀ ਕਰਦੇ ਆ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੇ ਵਿੱਚ ਜਨਮ ਲਿਆ ਹੋਵੇ। ਅਸੀਂ ਕੀ ਆ? ਆਪਣੇ ਆਪ ਨੂੰ ਪਰਖੀਏ ਤਾਂ ਸਹੀ। ਮੈਨੂੰ ਪਤਾ ਇਹ ਕਥਾ ਸਾਰੀ ਦੁਨੀਆ 'ਚ ਪਹੁੰਚ ਰਹੀ ਹੈ, ਇਸੇ ਕਰਕੇ ਮੈਂ ਸਾਰੀ ਦੁਨੀਆ ਦੇ ਸਿੱਖਾਂ ਨੂੰ ਬੇਨਤੀ ਕਰਦਾ ਹਾਂ ਗੁਰੂ ਨਾਨਕ ਦਾ ਅਦਬ ਕਰਨਾ ਸਿੱਖ ਲਈ ਆਪਾਂ। ਮੈਂ ਆਪਣੇ ਆਪ ਨੂੰ ਸੰਬੋਧਨ ਕਰਕੇ ਕਹਿੰਦਾ the whole world, ਜੇ ਗੁਰੂ ਸਾਹਿਬ ਜੀ ਇੰਨਾ ਅਦਬ ਕਰਦੇ ਆ ਤੇ ਫਿਰ ਸਾਨੂੰ ਤੇ ਕਰਨਾ ਚਾਹੀਦਾ ਹੈ ਨਾ। ਬਾਬਾ ਅਰਥਮਲ is from the family of Guru Amardas. He's about to bow down to Guru Arjan Dev Ji. Guru Arjan Dev Ji grabs hold of Baba Arthmal, says no.
ਤੁਹਾਡਾ ਕੰਮ ਝੁਕਣ ਦਾ ਨਹੀਂ, ਸਾਡੇ ਗੱਲ ਨਾਲ ਲੱਗ ਜਾਓ। ਜੇਠੋ ਪੁੱਤਰ ਮੋਹਰੀ ਕੇਰਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਤੁਸੀਂ ਬਾਬਾ ਮੋਹਰੀ ਜੀ ਦੇ ਜੇਠੀ ਸੰਤਾਨ ਹੋ। ਭਰ ਕਰ ਅੰਕ ਮਿਲੇ ਤਿਸ ਬੇਰਾ। ਇੰਨੇ ਬਚਨ ਕਹਿ ਕੇ ਨਾ ਕਿ ਤੁਸੀਂ ਬਾਬਾ ਮੋਹਰੀ ਜੀ ਦੇ ਜੇਠੇ ਪੁੱਤਰ ਹੋ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੋਤਰੇ ਹੋ। ਮੈਂ ਤਾਂ ਦੋਏ ਤਾਂ ਆ ਨਾ, ਤੁਸੀਂ ਪੋਤਰੇ ਹੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੰਤਾਨ ਇਹ ਜਾਣ ਕੇ ਧੰਨ ਗੁਰੂ ਅਰਜਨ ਦੇਵ ਜੀ ਨੇ ਗਲੇ ਨਾਲ ਲਗਾ ਲਿਆ, ਆਪਣੇ ਗਲ ਨਾਲ ਲਾਇਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ presses Baba Arthmal ji against their chest. Baba Arthmal is the son of Baba Mori ji. Baba Mori ji is the son of Dhan Guru Amardas Sahib ji Maharaj. You are the grandson of Guru Amardas. I am the daughter. You are the potra. ਚਰਨਾਂ ਤੇ ਨਾ ਪੈ, ਤੂੰ ਸਾਡੇ ਗਲ ਨਾਲ ਲੱਗ। ਧੰਨ ਗੁਰੂ ਅਰਜਨ ਦੇਵ ਜੀ ਨਾਲ ਗਲੇ ਨਾਲ ਲਗਾਇਆ ਤੇ ਜਦੋਂ ਗਲੇ ਨਾਲ ਲਗਾਇਆ ਨਾ, ਕੰਠ ਲਾਏ ਅਵਗੁਣ ਸਭ ਮੇਟੇ ਦਇਆਲ ਪੁਰਖ ਬਖਸ਼ੰਦ। ਸਾਰੇ ਅਵਗੁਣਾਂ ਨੂੰ ਮੇਟ ਕੇ ਰੱਖ ਦਿੱਤਾ ਹੈ। ਸਾਦਰ ਨਿਕਟ ਬਿਠਾਵਨ ਕਰਿਓ। ਬੜੇ ਆਦਰ ਦੇ ਨਾਲ ਆਪਣੇ ਪਲੰਘੇ ਉੱਤੇ ਬਿਰਾਜਮਾਨ ਕੀਤਾ ਹੈ। ਸਾਡੇ ਕੋਲ ਬੈਠੋ ਗੁਰੂ ਕੀ ਸੰਤਾਨ। ਧੰਨ ਗੁਰੂ ਅਰਜਨ ਦੇਵ ਜੀ gets Baba Arthmal to sit next to them। ਹਾਂਜੀ, ਵਿਸਕ ਸਭਨ ਤੇ ਹੋਏ ਹਿਤ ਧਰਿਓ। ਸਾਰਿਆਂ ਦੇ ਨਾਲੋਂ ਵੱਧ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਿਆਰ ਕੀਤਾ ਹੈ। ਬਾਬਾ ਅਰਥਮਲ ਜੀ ਨੂੰ ਇੰਨਾ ਪਿਆਰ ਦਿੰਦਾ, ਇੰਨਾ ਸਤਿਕਾਰ ਦਿੰਦਾ, ਜੀ ਜੀ ਕਰਕੇ ਬੁਲਾਉਂਦੇ ਨੇ ਗੁਰੂ ਸਾਹਿਬ। ਜਿਸ ਪ੍ਰਕਾਰ ਕੋ ਕਾਰਨ ਕਰਨਾ। ਫਿਰ ਪਿਆਰਿਓ ਸਭ ਰਾਜੀ ਖੁਸ਼ੀ ਪੁੱਛ ਕੇ ਸੱਚੇ ਪਾਤਸ਼ਾਹ ਜੀ ਫਿਰ ਦੱਸਣ ਲੱਗੇ ਨੇ ਕਿ ਹੇ ਬਾਬਾ ਅਰਥਮਲ, ਹੁਣ ਕਾਰਨ ਕਰਨਾ। ਕਾਰਨ ਕਰਨ ਦੇ ਅਰਥ ਨੇ ਕਿ ਸਰੀਰ ਨੂੰ ਕਿਵੇਂ ਛੱਡਣਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਣ ਲੱਗੇ, ਇਹ ਪੁਰਾਣੇ ਸਿੱਖ ਕਹਿੰਦੇ ਹੁੰਦੇ ਸੀ ਕਾਰਨ ਕਰਨਾ। ਇਹ ਨਹੀਂ ਸੀ ਕਹਿੰਦੇ ਕਿ ਗੁਰੂ ਸਾਹਿਬ ਜੀ ਸਰੀਰ ਤਿਆਗ, ਨਹੀਂ ਕਹਿੰਦੇ ਸੀ ਕਾਰਨ ਕਰਨੇ ਕੀ। ਇਹ ਕਾਰਨ ਕਰਨ ਦੇ ਅਰਥ ਨੇ ਗੁਰੂ ਸਾਹਿਬ ਜੀ ਆਪ ਕਰਾ ਰਹੇ। ਗੁਰੂ ਨੂੰ ਕੋਈ ਮਾਰ ਨਹੀਂ ਸਕਦਾ। ਇਹ ਸਿੱਖਾਂ ਦੀ ਭਾਵਨਾ ਹੁੰਦੀ ਸੀ। ਕਹਿੰਦੇ ਸਾਡੇ ਸੱਚੇ ਪਾਤਸ਼ਾਹ ਜੀ ਇਸ ਦੁਨੀਆ ਵਿੱਚੋਂ ਜਾਣ ਦਾ ਆਪ ਇਹ ਬਹਾਨਾ ਬਣਾ ਰਹੇ, ਕਾਰਨ ਕਰ ਰਹੇ। 10ਵੇਂ ਪਾਤਸ਼ਾਹ ਜੀ ਦੇ ਸੱਚਖੰਡ ਜਾਣ ਦਾ ਨਾ, ਸ਼੍ਰੀ ਹਜੂਰ ਸਾਹਿਬ ਦੇ ਅੰਦਰ ਇੱਕ ਪੁਰਾਤਨ ਹੱਥ ਲਿਖਤ ਹੈ। ਇਹ ਭਾਈ ਹਰ ਸਿੰਘ ਵਾਲਾ ਗ੍ਰੰਥ ਨਹੀਂ, ਇਹ ਅੱਜ ਵੀ ਹਜੇ ਹੈ ਉਹ ਪੱਤਰ ਹੱਥ ਲਿਖ, ਜਿਹਦੇ ਉੱਤੇ ਲਿਖਿਆ ਹੈ ਸਾਖੀ 10ਵੇਂ ਪਾਤਸ਼ਾਹ ਕੇ ਕਾਰਨ ਕਰਨੇ ਕੀ। ਪੁਰਾਤਨ ਸਿੱਖ ਕਹਿੰਦੇ ਹੁੰਦੇ ਸੀ, ਮੈਨੂੰ ਕਈ ਪੁਰਾਤਨ ਹੱਥ ਲਿਖਤ ਬੀੜਾਂ ਦੇ ਵੀ ਦਰਸ਼ਨ ਕਰਨ ਨੂੰ ਮਿਲਿਆ ਤੇ ਸਿੱਖ ਲਿਖਦੇ ਹੁੰਦੇ ਸੀ ਸਾਖੀ ਸ੍ਰੀ ਗੁਰੂ ਕੀ ਕਾਰਨ ਕਰਨੇ ਕੀ। ਫਿਰ ਉੱਥੇ 10 ਪਾਤਸ਼ਾਹੀਆਂ ਦੀ ਜੋਤੀ ਜੋਤ ਸਮਾਉਣ ਦਾ ਉਹ ਦੱਸਦੇ ਸੀ। ਕਾਰਨ ਕਰਨਾ means making an excuse to leave. Who can kill the Guru? The Guru himself is going to sacrifice his own body. ਇਹ ਸਿੱਖਾਂ ਦੀ ਭਾਵਨਾ ਹੁੰਦੀ ਸੀ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਕਾਰਨ ਕਰਨਾ ਹੈ, ਬਾਬਾ ਅਰਥਮਲ ਜੀ ਨੂੰ ਦੱਸਦੇ ਹਨ। ਨਿਕਟ ਅਰਥਮਲ ਕੇਸੋ ਵਰਨਾ। ਬਾਬਾ ਅਰਥਮਲ ਜੀ ਨੂੰ ਕੋਲ ਬੁਲਾ ਕੇ ਦੱਸਦੇ ਨੇ ਗੁਰੂ ਸਾਹਿਬ, ਹਮਰੇ ਤਨ ਕੋ ਹੈ ਅਬ ਅੰਤ। ਕਹਿੰਦੇ ਹੁਣ ਸਾਡੇ ਸਰੀਰ ਦਾ ਅੰਤ ਆ ਗਿਆ ਹੈ। ਬਾਬਾ ਅਰਥਮਲ ਜੀ ਸੁਣ ਕੇ ਇੱਕਦਮ ਘਬਰਾਏ, ਇੱਕਦਮ ਨੈਣ ਭਰ ਆਏ। Imagine the Guru is sitting next to you. The Guru says, now I'm going to leave my physical body. ਬਾਬਾ ਅਰਥਮਲ ਜੀ ਇੱਕਦਮ ਕੰਬ ਉੱਠੇ। ਧੰਨ ਗੁਰੂ ਅਰਜਨ ਦੇਵ ਜੀ ਨੇ ਆਖਿਆ, ਸਮਾਂ ਆ ਗਿਆ ਹੈ, ਅਸੀਂ ਇਸ 5 ਭੂਤ ਕਚੋੜੇ ਨੂੰ ਤਿਆਗ ਦੇਣਾ ਹੈ। ਤਜਬੇ ਕੋ ਸਭ ਸੁਣੋ ਬ੍ਰਿਤਾਂਤ। ਹੁਣ ਸਾਰਾ ਸੁਣੋ ਕਿਵੇਂ ਕਿਵੇਂ ਇੱਕ ਇੱਕ ਕਾਰਨ ਸਾਡੇ ਇਸ 5 ਭੂਤ ਕਚੋੜੇ ਨੂੰ ਛੱਡਣ ਦਾ ਆ ਰਿਹਾ ਹੈ। ਮਹਾ ਵਿਰੋਧੀ ਹਮਰੇ ਜੇ ਹੈ। ਧੰਨ ਗੁਰੂ ਨਾਨਕ ਜੀ ਦੇ ਘਰ ਦੇ ਬੜੇ ਬੜੇ ਵਿਰੋਧੀ ਨੇ। ਜਹਾਂਗੀਰ ਵਿਰੋਧੀ ਬਣ ਗਿਆ ਹੈ, ਚੰਦੂ ਵਿਰੋਧੀ ਬਣਿਆ ਪਿਆ ਹੈ। ਘਰ ਦੇ ਅੰਦਰ ਬਾਬਾ ਪ੍ਰਿਥੀ ਚੰਦ ਜੀ ਵਿਰੋਧ ਕਰਦੇ ਪਏ ਨੇ। ਸ਼ੇਖ ਅਹਿਮਦ ਸਰਹਿੰਦੀ ਮੁਰਤਜ਼ਾ ਖਾਨ ਵਰਗੇ ਵਿਰੋਧ ਕਰਦੇ ਨੇ। ਸਿਰ ਅਪਰਾਧ ਤਿਨਹੋਂ ਕੀ ਦੈ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਉਹਨਾਂ ਦੇ ਸਿਰ ਦੇ ਵਿੱਚ ਆਪਣੇ ਸਰੀਰ ਦੇ ਠੀਕਰੇ ਨੂੰ ਮਾਰ ਕੇ ਇਸ ਜ਼ਾਲਮ ਰਾਜ ਦੀਆਂ ਜੜ੍ਹਾਂ ਜਿਹੜੀਆਂ ਉਖਾੜ ਕੇ ਆਪਾਂ ਰੱਖਣੀਆਂ ਨੇ ਇਹਨਾਂ ਦੇ ਸਿਰ ਦੇ ਉੱਤੇ। ਕਿਉਂਕਿ ਪਿਆਰਿਓ ਸੱਚੀ ਗੱਲ ਹੈ, ਜਦੋਂ ਇੱਕ ਸੰਤ ਨਾਮ ਜਪਣ ਵਾਲੇ ਦਾ ਖੂਨ ਡੁੱਲਦਾ ਹੈ ਨਾ, ਸਾਰਾ ਕੁਝ ਮਾਫ ਹੋ ਸਕਦਾ ਹੈ, ਪਰ ਇੱਕ ਨਾਮ ਜਪਣ ਵਾਲੇ ਦੀ ਹੱਤਿਆ ਮਾਫ ਨਹੀਂ ਹੋ ਸਕਦੀ। ਇਹ ਸੱਚ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਆ, ਇਸ ਜ਼ਾਲਮ ਮੁਗਲ ਰਾਜ ਦੀਆਂ ਜੜ੍ਹਾਂ ਨੂੰ ਉਖਾੜਨ ਵਾਸਤੇ ਸਭ ਤੋਂ ਪਹਿਲਾਂ ਅਸੀਂ ਆਪਣੀ ਕੁਰਬਾਨੀ ਦੇਣ ਲੱਗੇ ਹਾਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ says, now to uproot the Mughals from India,
I am going to spill my blood. ਹਾਂਜੀ ਅਪਰਾਧੀ ਜਬ ਹੋਏ ਵਿਸਾਲਾ ਤੇ ਫਿਰ ਮਹਾਰਾਜ ਨੇ ਆਖਿਆ ਜਦੋਂ ਸਾਰੇ ਪਾਸੇ ਅਪਰਾਧੀ ਪਾਪੀ ਹੀ ਪਾਪੀ ਹੋ ਜਾਣਗੇ ਉਚਿਤ ਸਜਾਏ ਬਿਨਹਿ ਤਿਸ ਕਾਲਾ ਫਿਰ ਇਹਨਾਂ ਨੂੰ ਸਜ਼ਾਵਾਂ ਵੀ ਮਿਲਣਗੀਆਂ। ਤੁਸੀਂ ਘਬਰਾਓ ਨਾ ਬਾਬਾ ਅਰਥਮਲ ਜੀ, ਹੁਣ ਅਸੀਂ ਕੁਰਬਾਨੀ ਦੇ ਰਹੇ ਆ। ਮੇਰਾ ਬੇਟਾ ਹਰਗੋਬਿੰਦ ਨੇ ਤਲਵਾਰ ਨੂੰ ਜੰਗੇ ਮੈਦਾਨ ਅੰਦਰ ਚਮਕਾਉਣਾ ਹੈ। ਸ੍ਰੀ ਹਰਗੋਬਿੰਦ ਚੰਦ ਬਿਲੰਦੇ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੁਪੁੱਤਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਦਾ ਪ੍ਰਕਾਸ਼ ਜਿਹੜਾ ਚੰਦਰਮਾ ਨੂੰ ਵੀ ਮਾਤ ਪਾ ਦਿੰਦਾ ਹੈ। ਸੰਕਟ ਦੇਹ ਦੁਸ਼ਟ ਹੱਥ ਬ੍ਰਿੰਦਾ ਸੰਕਟ ਦੇ ਕਹਿੰਦੇ ਨੇ ਕਿ ਦੁੱਖ ਦੇ ਦੇ ਕੇ ਇਹਨਾਂ ਦੁਸ਼ਟਾਂ ਨੂੰ ਮਾਰ ਕੇ ਰੱਖ ਦੇਣਾ ਹੈ। ਇਹਨਾਂ ਨੂੰ ਦੁਖੀ ਕਰਕੇ ਚੰਦੂ ਵਰਗਿਆਂ ਦੇ ਨੱਕ ਵਿੱਚ ਨਕੇਲ ਪਾ ਕੇ ਤੇ ਇਹਨੂੰ ਮਾਰਿਆ ਜਾਵੇਗਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਬਾਬਾ ਅਰਥਮਲ ਜੀ ਘਬਰਾਓ ਨਾ, पापी के मारने को पाप महाबली है, जयकार कियो धर्मिया का पापी को दंड दियोए। मेरे धन गुरु हरगोबिंद साहब ने सच ते हक दी रखवाली वास्ते अपनी तलवार जिहड़ी लहराउणी है, सारे पापियां दा विनाश करके रख देना है। गुरु हरगोबिंद साहब जी ने सुनत अर्थमल बूझन करे। बाबा अर्थमल जी सुनदे सार पुछदे ने बड़े प्रेम दे नाल, कहो मोहे किवें तन पर हरे। कहंदे सच्चे पातशाह मैनू खुल के दसो किवें आप जी इस पंज भूतक शरीर नू त्यागना है। श्री अर्जन सब गात बखानी। धन गुरु अर्जन देव जी महाराज ने एक एक गल दसना कीती है। गुरु अर्जन देव जी महाराज tells बाबा अर्थमल जी, चंदू दूती करत महानी। कहंदे ए जेड़ा चंदू है ना, ए लूतियां लाउंदा आ, ए निंदा करदा आ, ईरखा दे नाल चुगली करदा पिया है जहांगीर दे कोल। प्रथम कहत ए चोर लगावे। वाहिगुरु वाहिगुरु वाहिगुरु। चंदू ने इन्नी वड्डी गाल, कहंदा ए गुरु अर्जन देव जी चोर ने, कहंदा ए चोरियां करदे हन। गुरु अर्जन देव जी महाराज दसदे ने, कहंदा इहो जी निंदा ते चुगली कीती है चंदू ने। शाह समाज मिलहे चरवावे। कहंदे भी चंदू कह रहा आ कि ये जिहड़े गुरु अर्जन ने ये चोरियां करदे ने, इन्हां ने नाल चोर रखे ने जिहड़े तुहाडे खजाने नूं लुटदे पए ने। गुरु अर्जन देव जी इज टेलिंग बाबा अर्थमल all of the reasons Chandu has been slandering the Guru, saying the Guru is a thief in the court of Jahangir. पुनः सजादा एक चल आयो। फिर गुरु अर्जन देव जी महाराज ने आख्या कि एक शहजादा खुसरो साडे कोल चल के आया सी। खुसरो the prince, the son of Jahangir came to us, ते इसने बगावत कीती सी अपने पिता दे विरुद्ध। दीन जान तह भोजन खवायो। महाराज ने आख्या ओ बेचारे ने प्रसादा नहीं सी छकिया, ਉਹਨੂੰ ਗਰੀਬ ਜਾਣ ਕੇ ਤੇ ਲੰਗਰ ਦੇ ਵਿੱਚ ਅਸੀਂ ਪ੍ਰਸ਼ਾਦਾ ਛਕਾਇਆ ਹੈ। ਦੂਤੀ ਕੀਨਸ ਮਿਤਮੰਦ। ਇਹ ਚੁਗਲੀ ਲਾਈ ਹੈ ਜਿਹਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ ਚੰਦੂ ਦੀ। ਹਾਂਜੀ, ਸ਼ਾਹ ਸਖਾਏ ਰਸਾਏ ਬਿਲੰਦ। ਜਹਾਂਗੀਰ ਨੂੰ ਸਿਖਾਉਂਦਾ ਜਾ ਰਿਹਾ ਆ ਕਿ ਗੁਰੂ ਸਾਹਿਬ ਜੀ ਨੇ ਖੁਸਰੋ ਨੂੰ ਪ੍ਰਸ਼ਾਦਾ ਛਕਾਇਆ। ਗੁਰੂ ਸਾਹਿਬ ਜੀ ਦੇ ਕੋਲ ਚੋਰ ਰਹਿੰਦੇ ਆ। ਸ਼ੇਖ ਅਹਿਮਦ ਸਰਹਿੰਦੀ ਕਹਿੰਦਾ ਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੁਹੰਮਦ ਸਾਹਿਬ ਦੀ ਤੋਹੀਨ ਕੀਤੀ ਗਈ ਹੈ। ਮੁਰਤਜ਼ਾ ਖਾਨ ਕਹਿੰਦਾ ਆ ਇਹ ਮੁਸਲਮਾਨਾਂ ਨੂੰ ਕਾਫਰ ਬਣਾਉਂਦਾ ਜਾ ਰਿਹਾ ਆ। ਇੰਨੀਆਂ ਚੁਗਲੀਆਂ ਜਿਹੜੀਆਂ ਚਾਰੋਂ ਪਾਸੇ ਲੱਗ ਰਹੀਆਂ ਨੇ, ਜਹਾਂਗੀਰ ਦੇ ਕੋਲ ਇਹ ਸਾਰੇ ਬੰਦੇ ਚੁਗਲੀਆਂ ਕਰਦੇ ਪਏ ਹਨ। 2 ਲੱਖ ਲਿਖ ਦੇੜ ਪਠਾਇਓ। ਫੇਰ ਕਹਿੰਦੀ ਨੇ ਕਿ ਜਹਾਂਗੀਰ ਨੇ ਲਿਖ ਕੇ ਭੇਜਿਆ ਕਿ ਸਾਡੇ ਕੋਲ ਭੇਜੋ ਤੇ ਸਾਨੂੰ ਟੈਕਸ ਦਿਓ 2 ਲੱਖ ਸੋਨੇ ਦਾ ਦਮੜਾ। ਐਦੀ ਲੈ ਹਮਰੇ ਢਿਗ ਆਇਓ। ਐਦੀ ਸਾਡੇ ਕੋਲ ਭੇਜਿਆ ਸੀ, ਇਹ ਲਿਖ ਕੇ ਸਾਨੂੰ ਖਤ ਦਿੱਤਾ ਸੀ, ਜਹਾਂਗੀਰ ਦਾ ਸੰਦੇਸ਼ਾ ਦਿੱਤਾ ਸੀ। Guru Arjan Dev Ji Maharaj says Sheikh Ahmad Sirhindi is lying, saying that there is stuff written against Islam in Guru Granth Sahib. Murtaza Khan is lying and saying that Muslims are becoming unbelievers. Chandu is telling Jahangir that our Guru is a thief. Pyareo, inniya cheejan karke, because all of these things, Jahangir has asked the Guru to give 2 lakh golden coins. Par Guru Sahib ne inkar karna hai। ਇਹ 2 ਲੱਖ ਦਾ ਜੁਰਮਾਨਾ, ਇਹ ਸੰਗਤ ਦਾ ਪੈਸਾ ਤੇਰੇ ਵਰਗੇ ਜ਼ਾਲਮਾਂ ਦੇ ਢਿੱਡ ਭਰਨ ਵਾਸਤੇ ਨਹੀਂ, ਇਹ ਤਾਂ ਗਰੀਬਾਂ ਦੇ ਵਾਸਤੇ ਲੰਗਰ ਵਿੱਚ ਹੀ ਲੱਗ ਸਕਦਾ ਹੈ। ਪੁਨ ਹਮਰੇ ਨਾਨੇ ਬਸ ਕਹਿਓ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਸਾਡੇ ਨਾਨਾ ਜੀ ਤੁਹਾਡੇ ਦਾਦਾ ਜੀ ਨੇ ਬਚਨ ਕੀਤੇ ਸੀ। ਕਿਹੜੇ ਵੇਲੇ ਕੀਤੇ ਸਨ ਬਚਨ? ਮਾਤਾ ਨੇ ਜਬ ਹੀ ਬਰ ਲਹਿਓ। ਕਹਿੰਦੇ ਜਦੋਂ ਮੇਰੀ ਮਾਤਾ
ਬੀਬੀ ਭਾਨੀ ਜੀ ਨੇ ਗੁਰੂ ਸਾਹਿਬ ਜੀ ਦੇ ਪੀੜੇ ਦੇ ਥੱਲੇ ਆਪਣਾ ਹੱਥ ਰੱਖ ਕੇ ਪਿਆਰਿਓ ਖੂਨ ਦੇ ਦਰਿਆ ਵਗੇ ਸੀ। ਮਾਂ ਭਾਨੀ ਨੇ ਇਹੀ ਦਾਤ ਮੰਗੀ ਸੀ, ਗੁਰਗੱਦੀ ਘਰ ਵਿੱਚ ਰਹੇ। ਉਸ ਵੇਲੇ ਗੁਰੂ ਅਮਰਦਾਸ ਨੇ ਆਖਿਆ, ਭਾਨੀਏ ਜਿਵੇਂ ਅੱਜ ਤੇਰੇ ਹੱਥ ਦੇ ਵਿੱਚੋਂ ਖੂਨ ਦੇ ਦਰਿਆ ਵਹਿ ਰਿਹਾ ਨਾ, ਇੱਕ ਦਿਨ ਇੱਕ 6 ਸਾਲ ਦੇ ਮਾਸੂਮ ਸਾਹਿਬਜ਼ਾਦੇ ਦੇ ਸਰੀਰ ਵਿੱਚੋਂ ਵੀ ਖੂਨ ਦੇ ਦਰਿਆ ਵਹਿਣੇ। ਇੱਕ ਦਿਨ 8 ਸਾਲ ਦੇ ਸਾਹਿਬਜ਼ਾਦੇ ਦੇ ਸਰੀਰ ਵਿੱਚੋਂ ਵੀ ਖੂਨ ਦੇ ਦਰਿਆ ਵਹਿਣੇ ਆ। ਇਹ ਗੁਰਗੱਦੀ ਤਾਂ ਸੋਢੀਆਂ ਦੇ ਕੋਲ ਰਹੇਗੀ ਕਿ ਐਡੀ ਵੱਡੀ ਕੁਰਬਾਨੀ ਤੁਸੀਂ ਕਰ ਸਕਦੇ ਹੋ। ਬੀਬੀ ਭਾਨੀ ਨੇ ਹੱਸਦਿਆਂ ਇਹ ਗੁਰਗੱਦੀ ਦੀ ਦਾਤ ਜਿਹੜੀ ਆਪਣੀ ਝੋਲੀ ਵਿੱਚ ਪਵਾਈ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ said, my Nana Guru Amardas, when the foot of the Manji Sahib broke, Bibi Pani put their hands underneath. Remember the blood flowed down? Guru Amardas looked at that blood and said, one day a 6-year-old child, Baba Fateh Singh, will have to give his blood. One day an 8-year-old child, Baba Zorawar Singh, will have to give his blood if you want to keep the Gurgaddi in your house. ਇਹ ਸਾਡੇ ਨਾਨੇ ਧੰਨ ਗੁਰੂ ਅਮਰਦਾਸ ਜੀ ਦੇ ਬਚਨਾਂ ਦੀ ਪੂਰਤੀ ਹੋ ਰਹੀ ਹੈ। ਗੁਰਤਾ ਰਹੇ ਹਮਾਰੇ ਘਰ ਮੈਂ, ਗੁਰਤਾ ਗੁਰਗੱਦੀ ਸੋਢੀਆਂ ਦੀ ਕੁਲ ਵਿੱਚ ਰਹੇਗੀ। ਅਬ ਨਹਿ ਜਾਵਹਿ ਬੰਸ ਅਪਰ ਮੈਂ, ਹੁਣ ਕਿਸੇ ਹੋਰ ਬੰਸ ਦੇ ਵਿੱਚ ਗੁਰਗੱਦੀ ਨਹੀਂ ਜਾਏਗੀ। ਸੋ ਸਭ ਕਾਰਨ ਆਏ ਮਿਲੇ ਹੈ, ਇਹ ਸਾਰੇ ਕਾਰਨ ਜਿਹੜੇ ਮਿਲ ਗਏ ਹਨ। ਅਬ ਤਨ ਤਿਆਗਣ ਲਖਿਓ ਭਲੇ ਹੈ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਲਾ ਸਮਾਂ ਹੈ ਸਰੀਰ ਤਿਆਗਣ ਦਾ। ਸੁਣਤ ਅਰਥ ਮਲ ਸ਼ੋਕ ਵਿਸਾਲਾ, ਬਾਬਾ ਅਰਥਮਲ ਜੀ ਦੇ ਨੈਣ ਭਰਿਆ। ਗੁਰੂ ਕੇ ਸਿੱਖੋ, ਸੀਨੇ ਉੱਤੇ ਕਦੇ ਹੱਥ ਰੱਖ ਕੇ ਇਹ ਸੁਣੋ, ਪ੍ਰਤੱਖ ਹਰ ਸਾਹਮਣੇ ਬੈਠੇ ਹੋਣ, ਬਾਬਾ ਅਰਥਮਲ ਜੀ ਸੁਣਦੇ ਹੋਣ ਕਿ ਸਦਾ ਦਾ ਵਿਛੋੜਾ ਦੇਣ ਵਾਲੇ ਨੇ। ਬਾਬਾ ਅਰਥਮਲ ਜੀ ਸਿਟਿੰਗ ਦੇਅਰ ਨੈਕਸਟ ਟੂ ਦ ਗੁਰੂ ਸੇਜ਼, ਬਾਬਾ ਜੀ ਅਸੀਂ ਹੁਣ ਚਲੇ ਜਾਣਾ ਹੈ। ਬਾਬਾ ਅਰਥਮਲ ਜੀ ਵਿਰਾਗ ਦੇ ਨਾਲ ਨੇਤਰ ਭਰ ਉੱਠੇ, ਸੀਨਾ ਰੁਕਦਾ ਪਿਆ, ਗੱਲ ਨਹੀਂ ਆਉਂਦੀ। ਬੜੇ ਸ਼ੌਕ ਦੇ ਨਾਲ ਇੱਕਦਮ ਵਿਰਾਗ ਸਾਰੇ ਪਾਸੇ ਛਾ ਗਿਆ। ਬਾਬਾ ਅਰਥਮਲ ਜੀ ਦੇ ਨੈਣ ਭਰ ਆਏ। ਸੱਚੇ ਪਾਤਸ਼ਾਹ ਜੀ ਵੱਲ ਤੱਕ ਕੇ ਬਾਬਾ ਅਰਥਮਲ ਜੀ ਨੇ ਫਿਰ ਬੈਰਾਗ ਦੇ ਵਿੱਚ ਆਣ ਕੇ ਪੁੱਛਣਾ ਕੀਤਾ ਹੈ ਜੀ, ਰੁਚਰ ਬਿਲੋਚਨ ਤੇ ਜਲ ਡਾਲਾ। ਕਵੀ ਸੰਤੋਖ ਸਿੰਘ ਕਹਿੰਦੇ ਦੋਵੇਂ ਨੇਤਰਾਂ ਦੇ ਵਿੱਚੋਂ ਨੀਰ ਵਹਿ ਤੁਰਿਆ। ਕਹਿੰਦੇ ਪਾਤਸ਼ਾਹ ਇਹ ਵਿਛੋੜਾ ਸਾਨੂੰ ਦੇਣ ਲੱਗੇ ਹੋ। ਦੋਵੇਂ ਨੇਤਰਾਂ ਕਮਲਾਂ ਵਿੱਚੋਂ ਬਾਬਾ ਅਰਥਮਲ ਜੀ ਦੇ ਨੀਰ, ਇਹ ਪਾਣੀ ਦੇ, ਇਹ ਅੰਦਰ ਦੇ ਪ੍ਰੇਮ ਦੇ ਦਰਿਆ ਵਹਿ ਰਹੇ ਨੇ। ਬਾਬਾ ਅਰਥਮਲ ਜੀ ਕੋਲੋਂ ਬੋਲਿਆ ਨਹੀਂ ਜਾਂਦਾ ਹੈ। ਰੁਕ ਰੁਕ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਾਲ ਬਚਨ ਕਰਦੇ ਨੇ, ਬਾਬਾ ਜੀ ਸਿੱਖ ਸੰਗਤ ਸਭ ਰਹਿ ਬਿਸੂਰਤ, ਸਾਰੀ ਸੰਗਤ ਪਾਤਸ਼ਾਹ ਤੁਹਾਡੇ ਤੋਂ ਬਿਨਾਂ ਸਾਰੀ ਸੰਗਤ ਰਹਿ ਨਹੀਂ ਸਕੇਗੀ। ਤੁਹਾਡੇ ਤੋਂ ਬਿਨਾਂ ਸੰਗਤ ਵਿਆਕੁਲ ਹੋ ਜਾਏਗੀ। हे ਗੁਰੂ ਅਰਜਨ ਦੇਵ, ਤੁਹਾਡੇ ਤੋਂ ਬਿਨਾਂ ਰਿਹਾ ਨਹੀਂ ਜਾਣਾ। ਵੀ cannot live without you। ਸਿੱਖ ਸੰਗਤ ਤੁਹਾਡੇ ਤੋਂ ਬਿਨਾਂ ਰਹਿ ਨਹੀਂ ਸਕਦੀ। ਤੁਹਾਡੇ ਤੋਂ ਬਿਨਾਂ ਸੰਗਤ ਨੂੰ ਬੜਾ ਦੁੱਖ ਮਿਲਣਾ ਹੈ। ਕਰਤ ਪ੍ਰੇਮ ਹਿਰਦ ਤਮ ਮੂਰਤ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀ ਦੀ ਮੂਰਤ ਵੱਲ ਤੱਕ ਕੇ ਅੰਦਰ ਦਾ ਪ੍ਰੇਮ ਉਪਜ ਹੁੰਦਾ ਹੈ ਸਿੱਖਾਂ ਦੇ। ਸਤਿਗੁਰ ਮੂਰਤ ਕੋ ਬਲ ਜਾਓ, ਐਸੇ ਸ਼ਬਦਾਂ ਨੂੰ ਪੜ੍ਹ ਕੇ ਗੁਰ ਕੀ ਮੂਰਤ ਮਨ ਮੈਂ ਧਿਆਨ, ਆਪ ਜੀ ਵੱਲ ਤੱਕ ਕੇ ਸੱਚੇ ਪਾਤਸ਼ਾਹ ਤੁਹਾਡੇ ਵੱਲ ਤੱਕ ਕੇ ਹੀ ਸਾਡੀ ਜ਼ਿੰਦਗੀ ਹੈ। ਤੁਹਾਡੇ ਤੋਂ ਬਿਨਾਂ ਮੌਤ ਹੈ। ਕਰੋ ਅਨੇਕਨ ਕੋ ਕਲਿਆਣ, ਮਹਾਰਾਜ ਆਪ ਜੀ ਸਾਰਿਆਂ ਦੀ ਕਲਿਆਣ ਕਰਨ ਦੇ ਸਮਰੱਥ ਹੋ। ਬਾਬਾ ਅਰਥਮਲ ਜੀ has tears running down his eyes. How can I live without you? ਤੁਝ ਬਿਨ ਕਬ ਨ ਹਮਾਰਾ, ਮੇਰੇ ਪ੍ਰੀਤਮ ਪ੍ਰਾਨ ਆਧਾਰਾ। ਉਹ ਤੁਹਾਡੇ ਤੋਂ ਬਿਨਾਂ ਕੌਣ ਹੈ ਸੱਚੇ ਪਾਤਸ਼ਾਹ? ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ। ਬਾਬਾ ਅਰਥਮਲ ਜੀ ਕਹਿੰਦੇ ਨੇ ਤੁਹਾਡੇ ਤੋਂ ਬਿਨਾਂ ਸੰਗਤ ਜੀ ਨਹੀਂ ਸਕਦੀ। ਪਰ ਉਪਕਾਰੀ ਸਦਾ ਮਹਾਨ, ਆਪ ਜੀ ਮਹਾਨ ਪਰਉਪਕਾਰੀ ਹੋ ਧੰਨ ਗੁਰੂ ਅਰਜਨ ਸਾਹਿਬ। ਤੁਰਕ ਯੁਗਤ ਚੰਦੂ ਦੁਖ ਪਾਵੈ, ਬਾਬਾ ਅਰਥਮਲ ਜੀ ਕਹਿੰਦੇ ਇਹ ਜਹਾਂਗੀਰ ਤੇ ਚੰਦੂ ਦੁਖੀ ਹੋ ਕੇ ਮਰਨਗੇ। ਹਰਕ ਧਰਤ ਔਰ ਬਿਖ ਕੋ ਖਾਵੈ, ਕਹਿੰਦੇ ਆਪਣੇ ਹੱਥਾਂ ਦੇ ਨਾਲ ਇਹ ਬਿਖ ਨੂੰ, ਜ਼ਹਿਰ ਨੂੰ ਖਾ ਰਹੇ ਹਨ ਬੜੀ ਖੁਸ਼ੀ ਦੇ ਨਾਲ। ਇਹ ਜ਼ਹਿਰ ਦੇ ਕਟੋਰੇ ਭਰ ਰਹੇ ਹਨ ਦੋਏ ਜਾਣੇ। ਅੰਧੇ, ਇਹ ਕਹਿੰਦੇ ਵੀ ਅੰਧੇ ਜਿਹੜੇ ਨੇ ਇਹਨਾਂ ਨੂੰ ਦਿਸਦਾ ਨਹੀਂ ਵੀ ਇਹ ਜ਼ਹਿਰ ਭਰੀ ਹੋਈ ਹੈ ਜੋ ਅਸੀਂ ਕਰ ਰਹੇ ਹਾਂ। ਜਬ ਘਟ ਅੰਤਰ ਪਹੁੰਚੈ ਜਾਈ, ਕਹਿੰਦੇ ਜਦੋਂ ਇਹ ਜ਼ਹਿਰ ਅੰਦਰ ਪਹੁੰਚ ਜਾਏਗੀ ਨਾ, ਸੁਖ ਹੈ ਅੰਗ ਪ੍ਰਾਣ ਬਿਨਸਾਈ। ਕਹਿੰਦੇ ਜਦੋਂ ਜ਼ਹਿਰ ਅੰਦਰ ਪਹੁੰਚ ਜਾਏਗੀ ਇਹਨਾਂ ਨੂੰ ਮਾਰ ਕੇ ਰੱਖ ਦੇਗੀ।
ਇਹ ਬਾਬਾ ਅਰਥਮਲ ਜੀ ਬਚਨ ਕਰਦੇ ਨੇ। ਅਬ ਚਲ ਨੀਵ ਰੱਖੀ ਗੁਰੂ ਨਾਨਕ, ਕਹਿੰਦੇ ਅਬ ਚਲ ਨੀਵ ਰੱਖੀ ਧਰੀ ਗੁਰੂ ਨਾਨਕ, ਨਿਤ ਨਿਤ ਚੜ੍ਹੈ ਸਵਾਈ। ਗੁਰੂ ਨਾਨਕ ਦੀ ਨੀਂਵ ਜਿਹੜੀ ਹੈ ਬੜੀ ਪੱਕੀ ਹੈ। ਮੈਂ ਬੇਨਤੀ ਗੁਰੂ ਨਾਨਕ ਦੇ ਘਰ ਦੀਆਂ ਨੀਹਾਂ ਨੂੰ ਕਟਾਉਣਾ ਨਹੀਂ ਕਟਾ ਸਕਿਆ। ਗੁਰੂ ਨਾਨਕ ਦੇ ਘਰ ਦੀਆਂ ਨੀਹਾਂ ਨੂੰ ਇਸ ਮਹੀਨੇ ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਨੇ ਤੋਪਾਂ ਤੇ ਗੋਲਿਆਂ ਨਾਲ ਉਖਾੜਨਾ ਚਾਹਿਆ, ਪਰ ਗੁਰੂ ਨਾਨਕ ਦੇ ਘਰ ਦੀਆਂ ਨੀਹਾਂ ਨੂੰ ਕੋਈ ਹਿਲਾ ਨਹੀਂ ਸਕਿਆ। ਇਹ ਹੈ ਗੁਰੂ ਨਾਨਕ ਦੇ ਘਰ ਦੀ ਨੀਂਹ, ਜਿਹਨੂੰ ਕੋਈ ਤੋਪ, ਕੋਈ ਦੁਨੀਆ ਦਾ ਟੈਂਕ, ਕੋਈ ਦੁਨੀਆ ਦੀ ਗੋਲੀ ਜਿਹੜੀ ਆ ਉਖਾੜ ਨਹੀਂ ਸਕਦੀ। ਮੱਚ ਹੈ ਨਿੰਦਕ ਦੁਸ਼ਟ ਅਚਾਨਕ, ਕਹਿੰਦੇ ਇਹ ਨਿੰਦਕ ਜਿਹੜੇ ਆ ਇਹ ਅੱਗ ਦੇ ਵਿੱਚ ਸੜਨਗੇ। ਸੱਚੀ ਗੱਲ ਹੈ ਪਿਆਰਿਓ, ਗੁਰੂ ਘਰ ਦੀ ਨਿੰਦਿਆ ਕਰਨ ਵਾਲੇ ਗੁਰ ਨਿੰਦਾ ਪਚੈ ਪਛਾਨ ਕੂਕਰ ਕੂੜ ਕਮਾਈ ਹੈ। ਗੁਰ ਨਿੰਦਾ ਪਚੈ ਪਛਾਨ, ਜਿਹੜਾ ਗੁਰੂ ਦੀ ਨਿੰਦਿਆ ਕਰਦਾ ਨਾ, ਉਹ ਇਹ ਨਾ ਸਮਝੇ ਕਿ ਮੈਂ ਸੁਖੀ ਰਹਿ ਰਿਹਾ। ਸੱਚੀ ਗੱਲ ਹੈ ਪਿਆਰਿਓ, ਨਿੰਦਕਾਂ ਦੇ ਅੰਦਰ ਅੱਗ ਲੱਗੀ ਰਹਿੰਦੀ ਹੈ। ਖੈਰ ਪਿਆਰਿਓ, ਬਾਬਾ ਅਰਥਮਲ ਜੀ ਨੇ ਜੋ ਬਚਨ ਕੀਤੇ ਆ, ਆਪਾਂ ਇੱਥੇ ਪ੍ਰਸੰਗ ਦੀ ਸਮਾਪਤੀ ਕਰਦੇ ਹਾਂ। ਕੱਲ ਨੂੰ ਪਿਆਰਿਓ ਬਾਬਾ ਅਰਥਮਲ ਜੀ ਦੇ ਅੰਦਰ ਇੰਨਾ ਪਿਆਰ ਆਉਣਾ ਹੈ ਨਾ, ਬਾਬਾ ਅਰਥਮਲ ਜੀ ਨੇ ਕਹਿਣਾ, ਗੁਰੂ ਸਾਹਿਬ ਤੁਹਾਡੀ ਥਾਂ ਤੇ ਮੈਂ ਆਪਣਾ ਸਰੀਰ ਕੁਰਬਾਨ ਕਰ ਦਿਆਂ। ਇੰਨੇ ਪਿਆਰ ਦੇ ਵਿੱਚ ਆਣ ਕੇ ਕਹਿਣਾ, ਤੁਹਾਡੀ ਥਾਂ ਤੇ ਮੈਨੂੰ ਮੌਤ ਆ ਜਾਏ ਸੱਚੇ ਪਾਤਸ਼ਾਹ, ਮੇਰਾ ਸਰੀਰ ਹਾਜ਼ਰ ਹੈ। ਇਨ ਟਮੋਰੋਜ਼ ਦੀਵਾਨ ਬਾਬਾ ਸ਼ਾਹ, ਡੂ ਨੋਟ ਸੈਕਰੀਫਾਈਸ ਯੋਰਸੈਲਫ, ਮੈਨੂੰ ਆਪਣੇ ਲੇਖੇ ਲਾ ਲਓ। ਖੈਰ ਪਿਆਰਿਓ, ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਮੈਂ ਤੁਹਾਨੂੰ ਭਾਵੇਂ ਵਿਰਾਗਮਈ ਮਾਹੌਲ ਹੈ ਗੁਰੂ ਸਾਹਿਬ ਜੀ ਦੇ ਇਹ ਵਿਛੋੜੇ ਦਾ ਪ੍ਰਸੰਗ ਕਰਕੇ, ਪਰ ਮੈਂ ਇੱਕ ਵਧਾਈ ਦੇਣੀ ਚਾਹੁੰਦਾ ਹਾਂ। ਆ ਤੁਹਾਡੇ ਫ੍ਰੀ ਮਾਊਂਟ ਤੇ ਬੱਚੇ ਇਹ ਹੁਣ ਦੇਖ ਲਓ ਸਟੇਜ ਤੇ ਬੈਠ ਕੇ ਤੇ ਸੂਰਜ ਪ੍ਰਕਾਸ਼ ਦਾ ਪਾਠ ਕਰਦੇ ਪਏ। ਇਹ ਪਹਿਲੀ ਵਾਰੀ ਸਿੰਘ ਬੈਠਾ ਮੇਰੇ ਕੋਲ। ਇਹ ਤੁਹਾਨੂੰ ਵਧਾਈ ਹੈ। ਇਹਨਾਂ ਸਟੇਜਾਂ ਨੂੰ ਇਹਨਾਂ ਬੱਚਿਆਂ ਨੇ ਸਾਂਭਣਾ ਹੈ। ਮੈਂ ਬੇਨਤੀ ਕਰਾਂ, ਇਹ ਸਟੇਜਾਂ ਤੁਸੀਂ ਇਹਨਾਂ ਬੱਚਿਆਂ ਵਾਸਤੇ ਬਣਾਈਆਂ ਨੇ, ਇਹਨਾਂ ਨੂੰ ਬਿਠਾਉਣ ਵਾਸਤੇ ਇੱਥੇ। ਇਹ ਕਬਜ਼ਿਆਂ ਵਾਸਤੇ ਨਹੀਂ, ਇਹ ਇਹਨਾਂ ਬੱਚਿਆਂ ਵਾਸਤੇ ਬਣੀਆਂ ਨੇ। ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ। ਮੇਰੀ ਇੱਛਾ ਹੈ ਜਿੰਨੇ ਵੀ ਬੱਚੇ ਪੜ੍ਹਨਗੇ ਮੇਰੇ ਕੋਲ ਆ ਕੇ ਪੜ੍ਹੇ ਬੱਚਾ, ਜ਼ਰੂਰ ਆਪਾਂ ਕੋਲ ਬਿਠਾ ਕੇ ਤੇ ਪਾਠ ਕਰਾਵਾਂਗੇ ਗੁਰਪ੍ਰਤਾਪ ਸੂਰਜ ਦਾ। ਇਸੇ ਤਰ੍ਹਾਂ ਵੱਧਦੇ ਵੱਧਦੇ ਇਹ ਵੀ ਇੱਕ ਦਿਨ ਕਥਾ ਕਹਾਣੀਆਂ ਕਰਨ ਜੋਗੇ ਧੰਨ ਗੁਰੂ ਨਾਨਕ ਆਪੇ ਦਾਤਾ ਬਖਸ਼ਣ। ਆਓ ਪਿਆਰਿਓ, ਭੁੱਲਾਂ ਨਾ ਚਿਤਾਰਨੀਆਂ। ਅਖੀਰਲੀਆਂ ਪੰਕਤੀਆਂ ਆਪਾਂ ਪੜ੍ਹਨੀਆਂ ਨੇ। ਅਬ ਚਲ ਨੀਵ ਤੋਂ ਲੈ ਕੇ ਗੁਰੂ ਕੇ ਪਿਆਰਿਓ, ਉਹ 2 ਪੰਕਤੀਆਂ ਪੜ੍ਹ ਕੇ ਤੇ ਫਿਰ ਸਮਾਪਤੀ ਦਾ ਸ਼ਬਦ ਪੜ੍ਹਨਾ ਕਰੀਏ ਜੀ। ਭੁੱਲਾਂ ਨਾ ਚਿਤਾਰਿਓ। ਆਓ ਸਰਵਣ ਕਰੀਏ ਅਖੀਰਲੀਆਂ 2 ਪੰਕਤੀਆਂ। ਅਬ ਚਲ ਨੀਵ ਰੱਖੀ ਗੁਰ ਨਾਨਕ, ਪਚ ਹੈ ਨਿੰਦਕ ਦੁਸ਼ਟ ਅਚਾਨਕ। हे ਗੋਪਾਲ हे दयाल लाल, प्राणनाथ अनाथ सखे, दीन दर्द निवार। हे सम्राट अगम पूरन, मोहे माया तार। अंधकूप महापयान, नानक पार उतार। आए प्रभ शरणागति, कृपा निध दयाल। एक अखर हर मन बस्त, नानक होत निहाल। कथा निता प्रत होत है, सुन हो सिंह सुजान। नानक गुरु गोबिंद सिंह जी, सदा करत कल्याण। नानक गुरु गोबिंद सिंह जी, सदा करत कल्याण। वाहिगुरु जी का खालसा, वाहिगुरु जी की फतेह। सतनाम श्री वाहिगुरु।